सतनाम वाहिगुरु साहिब जी। कीता करना सर्ब रजाई, किश कीचै जे कर सकीऐ। अपना कीता किशु ना होवै, ज्यों हर भावै त्यों रखीऐ। मेरे हर जियो सब को तेरै वस, असां जोर नाही जे किश कर हम साकै। ज्यों भावै तिवैं बख्श, असां जोर नाही जे किश कर हम साकै। ज्यों भावै तिवैं बख्श। परम सन्मानयोग जुगो जुग अटल सरवरे कायनात, पतित पावन भगत वशल दसां पातशाहियां दी जोत, रब्बी ज्ञान दे सागर साहिब सतगुरु श्री गुरु ग्रंथ साहिब पातशाह जी दी पावन हजूरी अंदर सुभाएमान बहुत ही वडभागी गुरसिख सतसंगी जनों, अज असी सारे ही उस विछड़ी हुई साडे सारियां दे बहुत ही हरमन प्यारी बेटी जोबनजीत कौर, रोबनजीत कौर सुपुत्री सरदार सरबजीत सिंह, जो पिछले दिनी रब्बी हुक्म दे मुताबिक जिस तरह मालिक ने कोई विधि विधान जो कारण बनाया सी, उस अनुसार अकाल चलाना कर गए। उन्हां दे निमित्त उन्हां दे समुचे परिवार वल्लों जिथे धुर की बाणी दे ओट आसरे लै करके अपने गृह विखे श्री अखंड पाठ साहिब जी दे प्रवाह चलाए, क्योंकि ज्यों मंदिर को थामै थमन त्यों गुर का शब्द मनै अस्थमन। जिमें किसी मकान की छत का जो सहारा है वो थमला थम्मा जां थम्मी मन्निया जाता है, इस तरह मनुखा जीवन में जेड़े उतरा चढ़ा आउंदे ने, दुख सुख आउंदे ने, उन्हां विच मनुख डोलण तो बच सके, गुरु का शब्द पाठ रूप दे विच, कीर्तन रूप विच, कथा विचारां दे रूप विच डोलदे हुए मनां दा सहारा है, थमला है। दास तो पहला आप जी ने गुरु घर दे ग्रंथी साहब जी तो गुरमत विचारां सरवण कीतियां हन। आओ कुछ समा सारे उस विछड़ी हुई बहुत ही प्यारी बच्ची जिहदे निमित्त आपां सारे जिन्ना जिन्ना इस परिवार नाल साडा स्नेह है, लगाओ है, दूरों नेड़ों चल के जिथे परिवार नाल दुख साझा करन लई पहुंचे हाँ, हमदर्दी का प्रगटावा करन लई पहुंचे हाँ, उत्थे गुरमत का जो सुनहरी असूल है उस मुताबिक गुरबाणी का जो ओट आसरा है अपनी जिंदगी दे विच लैना है। आओ
ਕੁਝ ਸਮਾਂ ਗੁਰਬਾਣੀ ਕਥਾ ਨਾਲ, ਗੁਰਮਤਿ ਵਿਚਾਰਾਂ ਦੇ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਗੁਰੂ ਫਤਿਹ ਦੀ ਸਾਂਝ ਪਾਵੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖਾ ਸਰੀਰ ਬਾਰੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵੱਖਰੇ ਵੱਖਰੇ ਵਿਚਾਰ ਬਖਸ਼ਿਸ਼ ਕੀਤੇ ਨੇ। ਕਦੇ ਐਸਾ ਸਮਾਂ ਸੀ ਜਦੋਂ ਨਾ ਇਹ ਦਿਸਦੇ ਸਰੀਰ ਸਨ ਤੇ ਨਾ ਇਹਨਾਂ ਸਰੀਰਾਂ ਦੇ ਵਿੱਚ ਚੱਲਦੇ ਹੋਏ ਸਵਾਸ। ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਜ਼ਿਕਰ ਕੀਤਾ, ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ। ਜੇ ਪਹਿਲੇ ਪਹਿਲ ਵੇਖਿਆ ਜਾਵੇ, ਜਦੋਂ ਕੁਝ ਵੀ ਨਹੀਂ ਸੀ, ਨਾ ਤਾਂ ਇਹ ਹੱਡ ਮਾਸ ਦੇ ਲੋਥੜੇ ਸਰੀਰ ਸਨ ਤੇ ਨਾ ਇਹਨਾਂ ਸਰੀਰਾਂ ਦੇ ਵਿੱਚ ਚੱਲ ਰਹੇ ਸਵਾਸ ਸਨ। ਭਾਈ ਸਾਹਿਬ ਜੀ ਨੇ ਦੋ ਸ਼ਬਦ ਵਰਤੇ ਨੇ, ਇੱਕ ਸਾਸ ਤੇ ਦੂਸਰਾ ਮਾਸ। ਮਾਸ ਦਾ ਅਰਥ ਹੈ ਸਰੀਰ ਤੇ ਸਾਸ ਦਾ ਅਰਥ ਹੈ ਪ੍ਰਾਣ, ਜਿੰਦ ਜਾਨ, ਜੋ ਸਾਡੇ ਅੰਦਰ ਸਵਾਸ ਚੱਲਦੇ ਨੇ। ਗੁਰੂ ਕੀ ਬਾਣੀ ਦੇ ਬਚਨਾਂ ਦਾ ਹੀ ਇਹ ਉਲੱਥਾ ਹੈ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨ ਨਾ ਹੁਕਮ ਅਫਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਜਦੋਂ ਕੁਝ ਵੀ ਨਹੀਂ ਸੀ, ਨਾ ਸਰੀਰ ਸਨ, ਨਾ ਸਰੀਰਾਂ ਵਿੱਚ ਚੱਲਦੇ ਹੋਏ ਸਵਾਸ ਸਨ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਫਿਰ ਮਾਲਕ ਨੇ ਇਹ ਪੰਜ ਭੂਤਕ ਸਰੀਰ ਜਿਹੜੇ ਹਨ ਇਹਨਾਂ ਦੀ ਰਚਨਾ ਕੀਤੀ, ਇਹਨਾਂ ਸਰੀਰਾਂ ਦੇ ਵਿੱਚ ਸਵਾਸ ਪਾਏ। ਸਰੀਰ ਭਾਵੇਂ ਮਨੁੱਖ ਦਾ ਸੀ, ਸਰੀਰ ਭਾਵੇਂ ਕਿਸੇ ਹੋਰ ਪਸ਼ੂ ਪੰਛੀ ਦਾ ਸੀ, ਹਰ ਇੱਕ ਸਰੀਰ ਦੇ ਅੰਦਰ ਉਹਨੇ ਆਪਣਾ ਆਪ ਟਿਕਾਇਆ। ਔਰ ਅਸੀਂ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਾਂ, ਪਾਰ ਬ੍ਰਹਮ ਕੇ ਸਗਲੇ ਠਾਉ, ਨਾਨਕ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਇਹ ਥਾਵਾਂ, ਇਹ ਸਰੀਰ ਪਰਮਾਤਮਾ ਦੇ ਨੇ ਤੇ ਆਪਣੀ ਜੋਤ ਉਹਨੇ ਜਿਸ ਸਰੀਰ ਵਿੱਚ ਟਿਕਾਈ, ਸ਼੍ਰੇਣੀ ਦੇ ਮੁਤਾਬਕ ਵੱਖਰੇ ਵੱਖਰੇ ਉਹਨਾਂ ਦੇ ਨਾਮ ਪੈ ਗਏ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪਾਂਚ ਤਤ ਕੀ ਜੜਤ ਜੜਾਈ। ਰਕਤ ਕਹਿੰਦੇ ਨੇ ਖੂਨ ਨੂੰ, ਤੇ ਬਿੰਦ ਭਾਵ ਸਾਡੇ ਸਰੀਰ ਦੇ ਅੰਦਰ ਜੋ ਪਿਤਾ ਦੀ ਅੰਸ਼ ਹੈ। ਰਕਤ ਤੇ ਬਿੰਦ ਇਹਦੇ ਸ਼ਮੇਲ ਦੇ ਨਾਲ ਇਹ ਜਿਹੜੇ ਸਰੀਰ ਇਹ ਹੋਂਦ ਵਿੱਚ ਆਏ ਤੇ ਇਹਨਾਂ ਸਰੀਰਾਂ ਦੀ ਜੜਤ ਜਿਹੜੀ ਹੈ ਉਹ ਪਰਮਾਤਮਾ ਨੇ ਪੰਜ ਤੱਤਾਂ ਦਾ ਜੋ ਸੁਭਾਅ ਹੈ, ਜੋ ਗੁਣ ਹੈ, ਉਹਦੇ ਆਧਾਰ ਤੇ ਰਚੀ ਹੈ। ਜਿਵੇਂ ਧਰਤੀ, ਆਕਾਸ਼, ਪਾਣੀ, ਹਵਾ। ਕੋਈ ਅੰਮ੍ਰਿਤ ਛਕਣ ਵਾਲਾ ਕਹਿੰਦਾ ਮੇਰੀ ਸੁਸਾਇਟੀ ਦੇ ਵਿੱਚ ਜਿਹੜੇ ਨੇ ਉਹ ਬੇਅਮਰਤੀਏ ਨੇ ਤੇ ਮੈਂ ਉਹਨਾਂ ਵਿੱਚ ਕਿਵੇਂ ਰਵਾਂਗਾ। ਤੇ ਸਾਡੇ ਸਰੀਰ ਗੁਰਦਾਸ ਜੀ ਨੇ, ਸਾਡੇ ਸਤਿਗੁਰੂ ਸਾਹਿਬਾਨ ਜੀ ਨੇ, ਪ੍ਰਭੂ ਭਗਤਾਂ ਨੇ ਕਿ ਵੇਖੋ ਅੱਗ ਤੇ ਪਾਣੀ ਦਾ ਕੀ ਮੇਲ ਹੈ, ਦੋਵੇਂ ਇੱਕ ਦੂਜੇ ਦੇ ਵਿਰੋਧੀ ਨੇ। ਧਰਤੀ ਤੇ ਆਕਾਸ਼ ਦਾ ਕਦੇ ਕੋਈ ਮੇਲ ਹੋਇਆ? ਪਰ ਸਾਡੇ ਸਰੀਰ ਦੇ ਅੰਦਰ ਇਹ ਪੰਜੇ ਵਿਰੋਧੀ ਤੱਤ ਟਿਕੇ ਹੋਏ ਨੇ। ਐਸੀ ਰਹਿਤ ਰਹੋ ਹਰ ਪਾਸਾ, ਪਬਾਏ ਤੇਜ ਪ੍ਰਿਥਵੀ ਆਕਾਸ਼।
घट हुंदा है। पर जदों किसी वडेरी उम्र वाले नूं आपां पुछीए भी तू मरना चाहुंदा है तो वह भी यही गल कहेगा भी नहीं, मैनूं अजे भी मौत तो डर लगदा है। इहदा मतलब है भी तकाजा छोटी उम्र का जां वड्डी उम्र का नहीं। असीं गुरु इतिहास पढ़ के वेख लईए, गुरु अमरदास महाराज जी की उम्र 95 साल की सी जदों परमेश्वर वालों उन्हां नूं सद्दा आया। तो गुरु हरकृष्ण महाराज उन्हां दी जिहड़ी उम्र सी वो तकरीबन 8 साल की सी जदों दिल्ली विखे धन गुरु हरकृष्ण महाराज जी ज्योति जोत समाउंदे ने। इस तरह गुरु पुत्रां विचों बाबा श्री चंद जी की उम्र बहुत लंबेरी है, पर बाबा फतेह सिंह जी बड़ी छोटी उम्र विच मालक दा उन्हां नूं सद्दा आउंदा है। भावें वो शहादत सी, पर जदों असीं उम्र वल वेखांगे तो बड़ियां छोटियां जिंदां ने जिन्हां ने वड्डे साके वरताए। सिखां विचों वेखीए तो बाबा बुढ़ा साहब जी की उम्र 125 साल की है। तो बाबा बंदा सिंह बहादुर का सुपुत्र बाबा अजय सिंह बहुत छोटी उम्र का है। जदों बाबा बंदा सिंह बहादुर के सामने उहदे बच्चे का पेट चाक करके कलेजा कढ़ के बाबा बंदा सिंह बहादुर के मूँह में तुनिया गया। भाव छोटी तो छोटी उम्र विच भी सद्दा आया तो वड्डी तो वड्डी उम्र विच भी सद्दा आया। तो सतगुरु जी ने गुरु के सिखां ने प्रवान किया। यही कारण कि गुरबाणी विच जिथे होर सिरलेख ने, जिवें 12 माह है, गुरबाणी विच 7 वार ने, जिवें रुत्तां ने, थित्ती गौड़ी है, इस तरह बाणी विच लावां ने, घोड़ियां ने। ते सतगुरां ने एक सिरलेख सद भी रखिया भी घोड़ियां गाउंदियां, लावां दा पाठ पढ़दियां, रुत्तां थित्तां बारे महीनियां बारे जाणदियां तैनूं सदा भी चेते रवे। जिथे आनंद साहब जी की संपूर्णता हुंदी है ना, 922 अंग ते 917 अंग ते आनंद साहब का पाठ शुरू हुंदा है ते 922 अंग ते समाप्ति हुंदी है। बिल्कुल जिथे आनंद साहब की समाप्ति है उत्थे रामकली सद अगे शुरू हुंदी है। सद का अर्थ है आवाज़, सदा। ये आवाज़ बाबा फरीद जी नूं भी आई जदों वो कबरां विच टहल रहे सन। फरीदा गोर निमाणी सड करै, ने घरिया घर आओ, सर पर मैथे आवना मरनो ना डरियाओ। उन्होंने लहिंदी पंजाबी बोली दे विच दद्दे की जगह डड्डा शब्द वरत्या। गुरु अमरदास महाराज जी की बाणी जिहड़ी बाबा सुंदर जी ने जो गुरु अमरदास जी का उपदेश ही लिखिया ते उन्होंने गुरु अर्जन देव जी ने गुरु ग्रंथ साहब जी दे विच अंकित किया। रामकली सद दे सिरलेख हेठ उत्थे सद सस्सा ते दद्दा, ते बाबा फरीद जी की बाणी विच सस्सा ते डड्डा, क्योंकि लहिंदे पंजाब की बोली विच डड्डा शब्द जिहड़ा है, डाड़ा शब्द जिहड़ा है वो ज़्यादा वरत्या जाता है। बाबा फरीद जी कहते कि हर एक मुसलमान नूं जिहड़ी निमाणी गोर कबर है वो सड सदा दिंदी है, आवाज़ दिंदी है कि असल टिकाणा असल घर तुहाडा ये है। क्योंकि फरीदा कित्थे तैंडे मापियां जिन्नी तू जने होए, तैं पासों ओए लद गए तू अजे ना पतीणोए। जो घर छड्ड गवावना सो लगा मन माहे, जिथे जाए तुद वरतना तिसकी चिंता नाहे। कबर कहती है मरण तो डरना, ये डेफीनेट पक्का ही है कि भावें तू छोटी उम्र विच आवें ते भावें वड्डी उम्र विच आवें, आउणा तू इसे घर विच है। मैं फिर बाबा फरीद जी का श्लोक पढ़ दियां ताकि जदों भी किते गुरु ग्रंथ साहब जी की पवित्र बाणी दे जदों भोग दे श्लोक आपां सरवण करदे हां ते आम करके पिंडां विच सवेरे सवेरे अनाउंसमेंट की जाती बाबा फरीद जी दे भगत कबीर जी दे श्लोक शुरू हो रहे ने। ते उन्हां दी बाणी विच बचन बाबा फरीद जी दे कि फरीदा गोर निमाणी सड करे, ने घरिया घर आओ। ते बाबा फरीद जी कहंदे भी मैं ने घरा बेघरा कदों आ, मेरा घर ते वो जिथे मैं रहिना। ते कबर कहंदी नहीं, वो तेरे तो पहला तेरे माँ प्यो दा सी, तुहाडे तो बाद तुहाडे बच्चियां दा, वो घर तुहाडा नहीं है। तुहाडा घर असल विच ये है जिथों मैं आवाज़ दे रही हाँ।
ਫਰੀਦਾ ਗੋਰ ਨਿਮਾਣੀ ਛੱਡ ਕਰੇ, ਨੇ ਘਰਿਆ ਘਰ ਆਓ, ਸਰਪਰ ਮੈਥੇ ਆਵਣਾ ਮਰਨੋਂ ਨਾ ਡਰਿਆਓ। ਸਰਪਰ ਦਾ ਅਰਥ ਹੈ ਡੈਫੀਨੇਟ, ਪੱਕਾ ਹੀ ਹੈ ਵੀ ਇੱਕ ਨਾ ਇੱਕ ਦਿਨ ਇੱਥੇ ਆਉਣਾ। ਤੇ ਆਪਾਂ ਵਿਚਾਰ ਕਰ ਰਹੇ ਸੀ ਵੀ ਸਰੀਰ ਜਿਹੜਾ ਉਹ ਮਿੱਟੀ ਹੈ, ਤੇ ਜਿੱਥੇ ਭਗਤ ਕਬੀਰ ਸਾਹਿਬ ਜੀ ਨੇ ਇਹਨੂੰ 4 ਦਿਵਸ ਕੋ ਪੇਖਨੋ ਅੰਤ ਖੇ ਕੀ ਖੇ ਕਿਹਾ, ਉੱਥੇ ਬਾਬਾ ਫਰੀਦ ਜੀ ਦੇ ਬਚਨ ਨੇ, ਜੇ 100 ਵਰਿਆਂ ਜੀਵਣਾ ਪੀ ਤਨ ਹੋਸੀ ਖੇ। ਜੇ ਸੈਂਕੜੇ ਸਾਲ ਵੀ ਆਪਾਂ ਜੀਵਨ ਜੀ ਲਈਏ, ਵੀ ਆਪਾਂ ਕਹੀਏ ਵੀ ਅਜੇ ਜੀ 50 ਸਾਲ ਦੀ ਉਮਰ ਹੋਈ ਆ, ਅਜੇ 70 ਸਾਲ ਦੀ ਆ, ਵੀ ਗੱਲ ਤਾਂ ਬਣੇਗੀ ਜੇ ਆਪਾਂ 90 ਜਾਂ 100 ਸਾਲ ਦੇ ਹੋਵਾਂਗੇ। ਤੇ ਬਾਬਾ ਫਰੀਦ ਜੀ ਨੇ ਬਚਨ ਕਹੇ, ਕਹਿਣ ਲੱਗੇ ਜੇ 100 ਸਾਲ ਵੀ ਜੀਵਨ ਜੀ ਲਿਆ, ਫਿਰ ਵੀ ਇਸ ਸਰੀਰ ਨੇ, ਜਿਹੜੀ ਇਹ ਦੇਹ ਹੈ, ਇਹ ਮਿੱਟੀ ਹੈ, ਤੇ ਇਹਨੇ ਮਿੱਟੀ ਵਿੱਚ ਮਿਲ ਕੇ ਮਿੱਟੀ ਦਾ ਰੂਪ ਹੋਣਾ। ਹੁਣ ਇੱਕ ਤਾਂ ਇਹ ਸਰੀਰ ਦਾ ਪੱਖ ਹੈ ਕਿ ਸਾਡਾ ਸਰੀਰ ਜਿਹੜਾ ਹੈ ਉਹ ਇੱਕ ਪਿੰਜਰਾ ਹੈ, ਸਟਰਕਚਰ ਹੈ, ਜਿਹਦੇ ਵਿੱਚ ਆਤਮਾ ਟਿਕੀ ਹੋਈ ਹੈ। ਤੇ ਕਮਾਲ ਦੀ ਬਣਤਰ ਕਿ ਇਹਦੇ ਅੰਦਰ ਜਦੋਂ ਆਪਾਂ ਝਾਤ ਮਾਰ ਕੇ ਵੇਖਦੇ ਹਾਂ, ਨਾੜੀਆਂ ਨੇ, ਪਿੰਜਰ, ਲਹੂ ਮਿੱਝ, ਇਹਦਾ ਇਹ ਸਰੀਰ ਜਿਹੜਾ ਹੈ ਇਹ ਮਜਬੂਆ ਹੈ। ਅਸੀਂ ਭਗਤ ਰਵਿਦਾਸ ਜੀ ਦੇ ਬਚਨ ਪੜ੍ਹਦੇ ਹਾਂ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਆਮ ਕਰਕੇ ਕੋਈ ਮਕਾਨ ਉਸਾਰਨਾ ਹੋਵੇ ਤੇ ਉਹਦੀਆਂ ਕੰਧਾਂ ਜਿਹੜੀਆਂ ਨੇ ਉਹ ਇੱਟਾਂ ਨਾਲ ਉਸਾਰੀਆਂ ਜਾਂਦੀਆਂ ਨੇ। ਕੋਈ 9 ਇੰਚ ਦੀ, ਕੋਈ 13 ਇੰਚ ਦੀ, ਕੋਈ 27 ਇੰਚ ਦੀ, ਕੋਈ 36 ਇੰਚ ਦੀ ਕੰਧ ਉਸਾਰਦਾ। ਪਰ ਸਾਹਿਬ ਜੀ ਨੇ ਸਾਡੇ ਇਸ ਸਰੀਰ ਰੂਪੀ ਮਕਾਨ ਬਾਰੇ ਜ਼ਿਕਰ ਕੀਤਾ ਕਿ ਸਾਡੇ ਸਰੀਰ ਦੇ ਵਿੱਚ ਪਾਣੀ ਦੀਆਂ ਕੰਧਾਂ ਨੇ। ਜਲ ਕੀ ਭੀਤ, ਭੀਤ ਕੰਧਾਂ ਨੂੰ ਕਹਿੰਦੇ ਨੇ, ਤੇ ਜਲ ਦਾ ਅਰਥ ਹੈ ਪਾਣੀ। ਸਾਡੇ ਇਸ ਸਰੀਰ ਰੂਪੀ ਮਕਾਨ ਵੱਲ ਆਪਾਂ ਝਾਤ ਮਾਰੀਏ, ਜਲ ਕੀ ਭੀਤ ਪਵਨ ਕਾ ਥੰਬਾ। ਆ ਵੇਖੋ, ਜਿਸ ਇਮਾਰਤ ਵਿੱਚ ਆਪਾਂ ਬੈਠੇ ਆ, ਇਹਦੇ ਵਿੱਚ 2 ਥੰਮੇ ਨੇ, ਉਹ ਇੱਟਾਂ ਦੇ ਨੇ ਜਾਂ ਸਰੀਏ ਸੀਮੈਂਟ ਦੇ ਨੇ, ਬਜਰੀ ਰਲਾ ਕੇ ਪਾਈ ਹੈ, ਇਹ ਸਹਾਰਾ ਹੈ ਛੱਤ ਦਾ। ਪਰ ਸਾਡੇ ਇਸ ਸਰੀਰ ਰੂਪੀ ਮਕਾਨ ਦੇ ਵਿੱਚ ਪਵਨ, ਹਵਾ ਜਿਹੜੀ ਹੈ, ਸਵਾਸ ਜਿਹੜੇ ਨੇ, ਇਹਦਾ ਥਮਲਾ ਹੈ। ਜੇ ਸਵਾਸ ਆ ਗਿਆ ਤੇ ਅਸੀਂ ਜੀਵਤ ਹਾਂ, ਤੇ ਜੇ ਸਵਾਸ ਨਾ ਆਇਆ ਤੇ ਗੱਲ ਖਤਮ ਹੋ ਜਾਣੀ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣਾ। ਕਿਸੇ ਉਰਦੂ ਦੇ ਕਵੀ ਨੇ ਲਿਖਿਆ ਕਿ ਮਨੁੱਖ ਨੂੰ ਹਰ ਦਮ ਸਵਾਸਾਂ ਦੇ ਛਣਕ ਰਹੇ ਇਸ ਪੈਮਾਨੇ ਵੱਲ ਝਾਤ ਮਾਰਨੀ ਚਾਹੀਦੀ ਹੈ। नफ्स की आमदों से सुत को गुमान होता है, सलत रहा है मेरी जिंदगी का पैमाना। हर घड़ी हर पल साड़ी जिंदगी का पैमाना छलक रहा भी जे बाहर गया सवास अंदर ना आया, ते अंदर गया सवास बाहर ना आया, ते साड़ी जीवन लीला समाप्त हो जानी। जल की भीत पवन का थंबा, रकत बुंद का गारा। माता दे रकत ते पिता दे बिंद दा ये गारा। हाड़ मास नाड़ी को पिंजर, इस पिंजरे दे विच हड्डियां, नाड़ियां ते मास दा ये सरिया सीमट है। पंखी बसै विचारा, ते इहदे विच जीव आत्मा रूपी पंछी जिहड़ा वो वसदा है। ते जिन्ना चिर मालक दा हुक्म है उन्ना चिर वसदा। जदों मालक ने पिंजरा खोल दिता ते साडे अंदर दा जीव आत्मा रूपी पंछी जिहड़ा उन्हें उड़ जाना है। हुण जदों इस शरीर नूं एक खाक, एक मिट्टी की तरह किया, पर जिसने इस शरीर दे अंदर रह के, मैं फिर बेनती करां भी गुरु हरकृष्ण महाराज जी की शरीरक उम्र 8 साल है ते गुरु अमरदास जी की 95 साल है। ते दोवें शरीर जेड़े ने वो मालक दे दर ते परवान हो गए, क्योंकि कह नानक के शरीर परवान हुआ जिन सतगुर स्यों चित लाया। जिथे शरीर मिट्टी है, बिनसनहार है, एक भांडे की तरह, एक बुलबुले की तरह, एक रेत की कंध किया गया, हड्ड मास नाड़ियां दा पिंजर किया गया। किसी उर्दू के कवि ने कहा कि आदमी जेड़ा एक काहदा हंकार करदा है, क्योंकि ये शरीर दे अंदर आपां झात मार के देखिए ते ये एक मिट्टी दा बनिया होया मकान है। वो सानू हर पल सुचेत करदा है कि इस शरीर दे ऊपर आदमी का जिस्म क्या है, जिस पे शैदा है जहां।
एक मिट्टी की इमारत एक मिट्टी का मकान, चूना गारा खून इसका, ईंटें इसकी हड्डियां, चंद सवासों पे खड़ा जे ख्याली आसमां, मौत की पुरजोर आंधी जब इससे टकराएगी, देख लेना जे इमारत टूट कर गिर जाएगी। साडे शरीर की इमारत जिहड़ी है, जदों भी इनू मौत की हनेरी आके टकराउंदी है ते ओ ये नहीं वेखदी भी बच्चा है, नौजवान है, चाहे कोई बजुर्ग है, बारे बूढ़े तरने भैया सब हूँ जम लजई है रे, मानस बपरा मूसा कीनो मीच बलैया खई है रे। क्योंकि मौत एक शिकारी की तरह साडे पिछे लगी हुई है। जिवें शिकार खेडण वाला जदों शिकार लोट आ जाता है, उहदा शिकार कर लैंदा, साडी हालत भी इस तरह कि जन्म वाले दिन तो ही मौत पिछे लग गई है। दिन ते पहर पहर ते घड़ियां आव घटै तन सीजै, काल अहेरी फिरै बदक ज्यों, कहो कवन बिद कीजै। बदक कहंदे ने शिकारी नूं, ये कितों बाहरों नहीं आउंदी, मनुख दे नाल ही है। क्योंकि मलकल मौत जां आवसी सब दरवाजे भन। हुण सतगुरु जी ने यह जिक्र किया कि ये जिहड़ी पंज तत्त दी देही है, पंज तत्त दा शरीर है, जिहड़ा इहदे विच जिहड़ी आत्मा है वो नूर है। खाक ते नूर दोवें मिले ते फिर ये साडा जीवन जिहड़ा ये होंद विच आया है। इसे लिए जपजी साहब विच इन्हां दोवां क्रियावां नूं जदों शरीर ते आत्मा मिलदे ने, साडा जन्म हुंदा है, उहनूं संजोग, ते जदों दोवें विछड़दे ने उहनूं विजोग। सुखमणी साहब दे विच हरन ते भरन, चौपई साहब दे विच उदकरख ते अकरख। ये थोड़े औखे शब्द जापदे ने। उदकरख ते अकरख नूं समझना होवे जिवें किसी दरवाजे ते लिखिया हुंदा है पुल ते पुछ। पंजाबी दे सिद्धा कह दईए भी खिच बल ते धकेल बल। जदों साडा जन्म हुंदा है ते जदों मौत दा सद्दा आउंदा, सतगुरु जी ने पावन बाणी विच जिक्र कीता, संजोग विजोग दोए कार चलावें, लेखे आवें भाग। जपजी साहब वैसे जपजी साहब नूं जे आपां समझ लईए ना कि धन गुरु ग्रंथ साहब जी की समुची विचारधारा जिहड़ी है उहनूं समझना सौखा होवेगा। जदों गुरु नानक साहब जी का 550 साला आपां मना रहे सां ते मेरे मन विच आया कि सतगुरु जी की इस पवित्र बाणी के अर्थ जिहड़े ने एक बार फिर पढ़े जाण। ते जदों दास इस पौड़ी ते आया कि गावै को ताण होवै किसै ताण, गावै को दात जाणै निशान, ते उहदे विच अगे जिक्र आया कि कोई परमात्मा नूं इस करके गा रहा है, गावै को साज करे तन खे, कि परमात्मा इस तन नूं साजदा, इस तन नूं साज के ते फिर इस तन नूं जदों ये तन मिटदा, खे विच मिलदा, मिट्टी विच मिलदा, ते ये दोवें क्रियावां जिहड़ियां ने परमात्मा दे हुक्म विच है। कोई इवें गा रहा है कि गावै को साज करे तन खे, ते कोई गा रहा है गावै को जी लै फिर दे। कोई इस करके गाउंदा है भी साडे शरीर विच जिहड़ी जीव आत्मा है वो परमात्मा कढदा ते फिर अगले शरीर विच पा दिंदा। ये जपजी साहब दे बचन ने कई बार तुसीं पढ़े होणगे, जदों हुण आउणगे ते इन्हां नूं ध्यान नाल पढ़िओ भी परमात्मा नूं असीं गाउणा किवें आ। इवें गाउणा कि परमात्मा ये शरीर तूं साजदा, इहनूं सवारदा ते इहनूं जदों ये खे विच मिलदा, ये भी किरिया तुहाडे हुक्म विच है ते इस शरीर दे अंदर आत्मा भी तूं टिकाउणा, आत्मा कढदा भी तूं है, ते जे अगले शरीर विच पाउणी होवे ते फिर तुसीं आप ही पाउंदे हो। इस सुखमणी साहब दे विच सतगुरु जी ने जिक्र किया, हरन भरन जाका नेत्र फोर, तिसका मंत्र ना जानै होर। कि हरन भरन जन्म ते मौत, शरीर विच आत्मा टिकाउणी ते शरीर विचों आत्मा कढणी, ये परमात्मा दा विधि विधान है।
ਤੇ ਪ੍ਰਭੂ ਨੂੰ ਕਿੰਨਾ ਸਮਾਂ ਲੱਗਦਾ ਹੈ? ਇੱਕ ਨੇਤਰ ਫੋਰ, ਨੇਤਰ ਕਹਿੰਦੇ ਨੇ ਅੱਖ ਨੂੰ, ਤੇ ਫੋਰ ਦਾ ਮਤਲਬ ਹੁੰਦਾ ਜਿਵੇਂ ਅਸੀਂ ਅੱਖ ਬੰਦ ਕਰਕੇ ਖੋਲਦੇ ਹਾਂ, ਉਹ ਇੰਨੇ ਸਮੇਂ ਦੇ ਵਿੱਚ ਜਗਤ ਨੂੰ ਸਾਜ ਲੈਂਦਾ ਤੇ ਇੰਨੇ ਸਮੇਂ ਦੇ ਵਿੱਚ ਹੀ ਉਹ ਜਗਤ ਨੂੰ ਸਮੇਟ ਲੈਂਦਾ। ਜਪਜੀ ਸਾਹਿਬ ਵਿੱਚ ਬਚਨ ਨੇ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕੰਕਾਰ। ਇਹ ਪਸਾਰਾ ਕਈ ਵਾਰ ਪਸਰਿਆ, ਕਈ ਵਾਰ ਸਮੇਟਿਆ ਗਿਆ, ਪਰ ਪਸਾਰੇ ਨੂੰ ਸਾਜਣ ਵਾਲਾ ਏਕੰਕਾਰ ਵਾਹਿਗੁਰੂ ਸਦਾ ਹੈ। ਉਹ ਨਾ ਬਿਨਸਦਾ, ਨਾ ਆਉਂਦਾ ਤੇ ਨਾ ਜਾਂਦਾ। ਬਾਕੀ ਸਭ ਕੁਝ ਉਹਦੀ ਇੱਕ ਲੀਲਾ ਹੈ, ਉਹਦੀ ਇੱਕ ਖੇਡ ਹੈ। क्योंकि आवन जान एक खेल बनाया, आज्ञाकारी कीनी माया। दोहां सिरियां का आप स्वामी, खेलै बिगसै अंतरजामी। ते खेड भी केहो जी, बाजीगर डंक बजाई, सब खलक तमाशे आई। बाजीगर स्वांग सकेला, अपने रंग रवै अकेला। गरीब नवाज जी ने जिक्र किया कि ये जिहड़ा शरीर है ये खाक है, मिट्टी है, ते इहदे विच जिहड़ी आत्मा है वो नूर है। कहो कबीर ये राम की अंश। हुण असीं शरीरक तौर ते जीवन जिउणे आ ना, इस करके कोई कहंदा जी मैं संधू साहब है, कोई कहंदा मैं गिल साहब हाँ, कोई कहंदा मैं बराड़ साहब हाँ। पर जे शरीरक तल तो उपर उठ के असीं आत्मक तल ते जीवन जीवांगे ना, ते फिर साडी अंश असल विच परमात्मा वाली है। जिमें कोई किसी कुल विच पैदा होया होवे, किसी अंश बंश विच पैदा होया होवे, ते लोकां नूं दसदा फिरदा है भी मेरी अंश बंश फलानी है, जिहदे विच आ लोग पैदा होए ने। सब कहंदे भलिया ये तेरी अंश बंश तेरे नाल नहीं निभनी, क्योंकि देही जात ना आगे जाए। ना तो देही शरीर ने अगे जाना है ते ना जात ने अगे जाना है। भी अगे जाके आपां कहीए भी इत्थे संधू साहब बैठे ने, इत्थे गिल साहब बैठे ने, बराड़ साहब बैठे ने, नहीं। क्योंकि शरीर इस संसार दा ते इत्थे ही रह जाना है, अगे नहीं जाना। कहो कबीर ये राम की अंश, जस कागज पर मिटै ना मनस। साडे अंदर जिहड़ी आत्मा है वो परमात्मा दी अंश है, ते असी सारे परमात्मा दी अंश बसां। साडे विचों कोई छोटा वड्डा नहीं, किसी दी जात छोटी नहीं, किसी दी वड्डी नहीं, क्योंकि असी परमात्मा दी अंश वंश हाँ, ते परमात्मा दी अंश साडी आत्मा है। ते जदों असी आत्मक जीवन जीवांगे ते फिर सानू पता लगेगा कि कौन गरीब, कौन अमीर, कौन औरत, कौन मर्द, कौन राजा, कौन प्रजा नहीं। ये सब शरीरक अंतर ने, इन्हां विच रहन वालियां आत्मावां तां इक्को ही ने। इंज कह लईए भी गरीब अमीर दो मकान ने, ते दोवां मकानां दे विच इक्को ही डिग्री, इक्को ही स्टेटस दे, इक्को ही अहुदे दे दो जिहड़ियां आत्मावां ने वो रह रहीआं ने। शरीरां दा फर्क हो सकदा भी आ गरीब दा शरीर है, आ अमीर दा शरीर है, आ औरत दा शरीर है, आ मर्द दा शरीर है, पर उन्हां विच रहण वाली आत्मा औरत मर्द नहीं, उन्हां विच रहण वाली आत्मा गरीब अमीर नहीं। आत्मा बारे ते परमात्मा बारे क्या ना नर है ना नार है। परमात्मा भी ना नर है ते ना नार है, ते आत्मा भी बिल्कुल परमात्मा दी अंश है। आत्मा भी इस्त्री पुरख नहीं भी आपां कहिए भी औरत विचली आत्मा इस्त्री है ते पुरख विचली आत्मा जिहड़ी है वो पुरख है, नहीं। दोवें आत्मा इस्त्री ते पुरख बिल्कुल परमात्मा वांग ने। जिवें परमात्मा नू तू मेरा पिता, तू है मेरा माता, परमात्मा नू पिता भी कह लईए, मां भी कह लईए, कोई फर्क नहीं पैंदा, क्योंकि ना नर है ना नार है। इसी तरह साडी आत्मा नार ना पुरख कह को कैसे उस अवस्था दे वे जाके जदों आत्मक तल ते जीवन जिउंदा है, इस्त्री पुरख वाला भी भेद जिहड़ा खत्म हो जाता है, गरीबी अमीरी वाला भेद जिहड़ा वो खत्म हो जाता है, क्योंकि आत्मक तौर ते असी सारे इक्को जे हाँ। गरीब नवाज ने कृपा की कि जिहड़ी आत्मा है ये परमात्मा दी अंश है, ये इस दुनिया दी नहीं। यही कारण कि जदों साडे तन ते कोई रोग आउंदा है
ਤੇ ਰੱਬ ਤੋਂ ਬਾਅਦ ਦੂਜਾ ਡਾਕਟਰ ਹੈ ਜਿੱਥੇ ਅਸੀਂ ਪਹੁੰਚ ਕਰਦੇ ਹਾਂ। ਪਰ ਡਾਕਟਰ ਦਾ ਵਸ ਜਿਹੜਾ ਉਹ ਸਾਡੇ ਸਰੀਰ ਤੱਕ ਚੱਲਦਾ ਹੈ। ਜਦੋਂ ਤੱਕ ਸਰੀਰ ਦੇ ਅੰਦਰ ਸਵਾਸ ਨੇ, ਜਿਸ ਕਾ ਸਾਸ ਨਾ ਕਾਢਤ ਆਪ, ਤਾਂਕੋ ਰਾਖਤ ਦੇ ਕਰ ਹਾਥ। ਜਿਹਦਾ ਸਵਾਸ ਆਪ ਨਹੀਂ ਕੱਢਦਾ ਉਹਨੂੰ ਹੱਥ ਦੇ ਕੇ ਰੱਖਦਾ, ਕੋਈ ਨਾ ਕੋਈ ਹੀਲਾ ਵਸੀਲਾ ਬਣਾ ਦਿੰਦਾ। ਪਰ ਜਿਹਦੀ ਉਮਰ ਪੁੱਗ ਜਾਵੇ, ਜਿਹਦੇ ਸਵਾਸ ਖਤਮ ਹੋ ਜਾਣ, ਜਿਸ ਕੀ ਪੁੱਜੈ ਔਦ ਤਿਸੈ ਕੌਣ ਰਾਖਈ। ਜੇ ਡਾਕਟਰ ਨੂੰ ਵੀ ਅਸੀਂ ਕਹੀਏ, ਮੈਂ ਬੜੇ ਬੜੇ ਅਮੀਰ ਲੋਕਾਂ ਤੋਂ ਵੀ ਸੁਣਿਆ ਵੀ ਪੈਸਾ ਵੀ ਸਭ ਕੁਝ ਨਹੀਂ ਹੈ। ਜੇ ਕਿਤੇ ਕਾਸ਼ ਪੈਸੇ ਨਾਲ ਹੀ ਜਾਨ ਬਚਦੀ ਹੋਵੇ, ਪੈਸੇ ਨਾਲ ਹੀ ਸਵਾਸ ਮਿਲਦੇ ਹੋਣ ਤੇ ਲੋਕ ਜ਼ਿੰਦਗੀ ਖਰੀਦ ਲੈਂਦੇ। ਪਿਛਲੇ ਦਿਨੀ ਭਗਤ ਪੂਰਨ ਸਿੰਘ ਹੋਣਾ ਦੇ ਸਥਾਨ ਤੇ ਪਿੰਗਲਵਾੜੇ ਮੈਂ ਕਥਾ ਕੀਤੀ ਤੇ ਮੈਂ ਜ਼ਿਕਰ ਕੀਤਾ ਕਿ ਭਗਤ ਪੂਰਨ ਸਿੰਘ ਜਿਹੜਾ ਵਿਹਲਾ ਸਮਾਂ ਸੀ ਉਹ ਲਾਇਬ੍ਰੇਰੀਆਂ ਵਿੱਚ ਬੈਠ ਕੇ ਕਿਤਾਬਾਂ ਪੜ੍ਹਦੇ ਸਨ। ਤੇ ਉਹਨਾਂ ਨੇ ਜ਼ਿਕਰ ਕੀਤਾ ਵੀ ਇੱਕ ਦਿਨ ਖਾਲਸਾ ਕਾਲਜ ਦਾ ਇੱਕ ਵਿਦਿਆਰਥੀ ਜੋ ਆਪਣੀ ਕਲਾਸ ਤੋਂ ਬਾਅਦ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਉੱਥੇ ਮੱਥਾ ਟੇਕਣ ਸੇਵਾ ਕਰਨ ਆਇਆ ਤੇ ਉਹ ਭਗਤ ਪੂਰਨ ਸਿੰਘ ਕਹਿਣ ਲੱਗੇ, ਮੇਰੇ ਨਾਲ ਵਿਚਾਰ ਕਰਨ ਲੱਗ ਪਿਆ ਵੀ ਅੱਜ ਸਾਨੂੰ ਸਾਡੇ ਅਧਿਆਪਕ ਨੇ ਇੱਕ ਸਵਾਲ ਕੀਤਾ ਵੀ ਦੁਨੀਆ ਦੇ ਵਿੱਚ ਗਮ ਕੀ ਹੈ, ਦੁੱਖ ਕੀ ਹੈ। ਤੇ ਕਹਿੰਦੇ ਅਸੀਂ ਕਿਤਾਬਾਂ ਵਿੱਚ ਜੋ ਲਿਖਿਆ ਸੀ ਉਹਦੇ ਮੁਤਾਬਕ ਉੱਤਰ ਦਿੱਤਾ ਕਿ ਅਮਰੀਕਾ ਦਾ ਇੱਕ ਹੈਨਰੀ ਫੋਰਡ ਨਾਮ ਦਾ ਵਿਅਕਤੀ ਹੈ, ਉਹ ਸਭ ਤੋਂ ਜ਼ਿਆਦਾ ਗਮ ਵਿੱਚ ਹੈ, ਸਭ ਤੋਂ ਜ਼ਿਆਦਾ ਦੁੱਖ ਵਿੱਚ ਹੈ, ਕਿਉਂਕਿ ਉਹਦੇ ਕੋਲ ਪੈਸਾ ਬੜਾ ਹੈ ਪਰ ਉਹਦੀ ਪਾਚਨ ਸ਼ਕਤੀ ਠੀਕ ਨਾ ਹੋਣ ਕਰਕੇ ਉਹ ਕੁਝ ਖਾ ਪੀ ਨਹੀਂ ਸਕਦਾ। ਵੀ ਜਿਸ ਬੰਦੇ ਕੋਲ ਪੈਸਾ ਬੜਾ ਪਰ ਉਹ ਖਾ ਨਹੀਂ ਸਕਦਾ, ਜਿਹਦੇ ਕੋਲ ਪਲੰਘ ਵਧੀਆ ਉਹ ਸੌਂ ਨਹੀਂ ਸਕਦਾ, ਵੀ ਇਹਦੇ ਤੋਂ ਦੁਖੀ ਬੰਦਾ, ਇਹਦੇ ਤੋਂ ਹੋਰ ਗਮ ਕੀ ਹੋ ਸਕਦਾ। ਪਰ ਕਹਿੰਦੇ ਸਾਡੇ ਉਸ ਅਧਿਆਪਕ ਨੇ ਕਿਹਾ ਨਹੀਂ, ਇਸ ਤੋਂ ਵੀ ਅੱਗੇ ਕੋਈ ਗਮ ਹੈ। ਉਹ ਗਮ ਇਹ ਹੈ ਵੀ ਜਿਹੜਾ ਬੱਚਾ ਜਿਹਨੂੰ ਕਦੇ ਕੋਈ ਹਸਾਉਣ ਵਾਲਾ ਨਾ ਹੋਵੇ ਤੇ ਖਿਡਾਉਣ ਵਾਲਾ ਨਾ ਹੋਵੇ, ਉਹ ਸਭ ਤੋਂ ਵੱਡੇ ਗਮ ਵਿੱਚ ਹੈ। ਤੇ ਭਗਤ ਪੂਰਨ ਸਿੰਘ ਕਹਿਣ ਲੱਗੇ, ਉਸ ਦਿਨ ਤੋਂ ਮੈਂ ਲਵਾਰਸ ਬੱਚਿਆਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਵੀ ਜਿਨ੍ਹਾਂ ਬੱਚਿਆਂ ਨੂੰ ਕੋਈ ਖਿਡਾਉਂਦਾ ਨਹੀਂ, ਜਿਨ੍ਹਾਂ ਨੂੰ ਕੋਈ ਹਸਾਉਂਦਾ ਨਹੀਂ, ਇਹ ਬੱਚੇ ਸਭ ਤੋਂ ਵੱਡੇ ਦੁਖੀ ਨੇ। ਕਹਿੰਦੇ ਉਸ ਤੋਂ ਕੁਝ ਦਿਨਾਂ ਬਾਅਦ ਫਿਰ ਅਗਲਾ ਸਵਾਲ ਆਇਆ ਵੀ ਜੇ ਬੰਦਾ ਅੱਤ ਦਾ ਦੁਖੀ ਹੋਵੇ ਤੇ ਉਹਨੂੰ ਅਸੀਂ ਸੁਖੀ ਕਦੋਂ ਵੇਖ ਸਕਦੇ ਹਾਂ। ਤੇ ਅੱਗੋਂ ਉਹਦਾ ਉੱਤਰ ਦਿੱਤਾ ਵੀ ਜੇ ਕੋਈ ਬੰਦਾ ਅੱਤ ਦਾ ਦੁਖੀ ਹੈ, 24 ਘੰਟੇ 8 ਪੈਰ ਉਹਦੀ ਜ਼ਿੰਦਗੀ ਵਿੱਚ ਦੁੱਖ ਨੇ, ਪਰ ਜੇ ਉਹਦੀ ਗੋਦ ਵਿੱਚ, ਉਹਦੀ ਝੋਲੀ ਵਿੱਚ ਬੈਠਾ ਬੱਚਾ ਹੱਸ ਰਿਹਾ, ਖੇਡ ਰਿਹਾ, ਉਹ ਕਿਸੇ ਬੱਚੇ ਨੂੰ ਦੁਲਾਰ ਰਿਹਾ, ਕਿਸੇ ਬੱਚੇ ਨੂੰ ਲੋਰੀਆਂ ਦੇ ਰਿਹਾ, ਸਮਝ ਲਓ ਵੀ ਉਹਦੇ ਵਰਗਾ ਸੁਖੀ ਬੰਦਾ ਕੋਈ ਨਹੀਂ। ਭਗਤ ਪੂਰਨ ਸਿੰਘ ਹੋਣਾ ਦੀ ਜ਼ਿੰਦਗੀ ਵਿੱਚ ਐਸਾ ਪਲਟਾ ਆਇਆ ਕਿ ਉਹਨਾਂ ਨੇ ਸਾਰਾ ਜੀਵਨ ਜਿਹੜਾ ਸੀ ਉਹ ਦੁਖੀਆਂ ਨੂੰ, ਰੋਗੀਆਂ ਨੂੰ ਸੰਭਾਲਣ ਦੇ ਵਿੱਚ ਲਾ ਦਿੱਤਾ। ਹੁਣ ਜਦੋਂ ਅਸੀਂ ਕਿਸੇ ਵੈਦ ਕੋਲ, ਕਿਸੇ ਡਾਕਟਰ ਕੋਲ ਜਾਂਦੇ ਆ, ਉਹ ਸਰੀਰ ਦਾ ਇਲਾਜ ਕਰ ਸਕਦਾ ਹੈ, ਪਰ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ ਉੱਥੇ ਕਿਸੇ ਵੈਦ ਦਾ, ਕਿਸੇ ਡਾਕਟਰ ਦਾ ਵੀ ਵਸ ਨਹੀਂ ਚੱਲਦਾ। ਧੁਰ ਕੀ ਬਾਣੀ ਦੇ ਬਚਨ ਨੇ, ਵੈਦ ਕਹੇ ਹਉ ਹੀ ਭਲਾ, ਦਾਰੂ ਮੇਰਾ ਵਸ, ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ। ਜਿਹੜੀ ਸਰੀਰ ਦੇ ਅੰਦਰ ਆਤਮਾ ਹੈ ਇਹ ਤਾਂ ਪਰਮਾਤਮਾ ਦੀ ਵਸਤੂ ਹੈ। ਜਦੋਂ ਉਹਨੇ ਇਹ ਵਸਤੂ ਬਾਹਰ ਕੱਢ ਲਈ ਤੇ ਫਿਰ ਸਰੀਰ ਦਾ ਸਾਰਾ ਸਿਸਟਮ ਜਿਹੜਾ ਉਹ ਇੱਕਦਮ ਰੁਕ ਜਾਣਾ, ਕਿਉਂਕਿ ਆਤਮਾ ਤੋਂ ਬਿਨਾਂ ਸਰੀਰ ਜਿਹੜਾ ਹੈ ਉਹ ਬਿਲਕੁਲ ਮਿੱਟੀ ਹੈ। ਜਦੋਂ ਆਤਮਾ ਟਿਕੀ, ਇਹ ਸ਼ਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਤੇ ਸਾਨੂੰ ਚੇਤੇ ਵੀ ਕਰਾਇਆ ਕਿ ਵੇਖ ਇਹ ਸਰੀਰ ਮਿੱਟੀ ਸੀ, ਇਹਦੇ ਵਿੱਚ ਆਤਮਾ ਟਿਕੀ ਤੇ ਮਿੱਟੀ ਤੋਂ ਰਤਨ ਬਣ ਗਿਆ। ਵੈਸੇ ਉਵੇਂ ਰਤਨ ਦਾ ਮਤਲਬ ਹੁੰਦਾ ਕਿਸੇ ਸੁਨਿਆਰੇ ਦੀ, ਕਿਸੇ ਜੌਹਰੀ ਦੀ ਦੁਕਾਨ ਤੇ ਜਾਓ ਤੇ ਪੱਥਰਾਂ ਦਾ ਸਿਖਰ ਹੀਰੇ ਨੇ, ਰਤਨ ਨੇ, ਜਵਾਹਰ ਰਾਤ ਨੇ, ਮੋਤੀ ਨੇ। ਪਰ ਜਦੋਂ ਸਾਡਾ ਸਰੀਰ ਇਹਦੇ ਵਿੱਚ ਆਤਮਾ ਟਿਕਦੀ ਹੈ ਨਾ, ਤੇ ਸਾਹਿਬ ਕਹਿੰਦੇ ਵੇਖੋ ਮਿੱਟੀ ਰਤਨ ਬਣ ਗਈ। ਹੁਣ ਕਿਸੇ ਦੇ ਘਰ ਵਿੱਚ ਮਿੱਟੀ ਹੋਵੇ ਤੇ ਉਹ ਮਿੱਟੀ ਰਤਨ ਬਣ ਜੇ ਤੇ ਉਹ ਕਿੰਨਾ ਭਾਗਾਂ ਵਾਲਾ ਮਨੁੱਖ ਹੋਵੇਗਾ। ਲੋਕ ਕਹਿਣਗੇ ਵੀ ਬੜਾ ਅਮੀਰ ਬੰਦਾ ਹੈ ਵੀ ਇਹਦੇ ਘਰ ਵਿੱਚ ਮਿੱਟੀ ਸੀ ਤੇ ਮਿੱਟੀ ਰਤਨ ਬਣ ਗਈ। ਗੁਰਬਾਣੀ ਨੇ ਇਹ ਨਿਰਣਾ ਦਿੱਤਾ ਕਿ ਇਸ ਮਿੱਟੀ ਦੇ ਸਰੀਰ ਵਿੱਚ ਜਦੋਂ ਪਰਮਾਤਮਾ ਨੇ ਆਪਣੀ ਜੋਤ ਰੱਖੀ, ਇਹ ਕੀਮਤੀ ਰਤਨ ਬਣ ਗਿਆ।
जिन कीता माटी ते रतन, गर्भ में राख्या जिन कर जतन, जिन कीता मूड़ ते बकता, जिन कीता बेसुरत ते सुरता। साहब कहन लगे ओनू सदा सिमरिया कर, ओनू चेते करया कर, जिवें साईं बुल्ले शाह ने लिखिया भी उवें तां तू मिट्टी है, भावें घोड़े ते सवारी करी बैठा, भावें उच्चे महलों विच रहिना, भावें दौड़िया फिरदा, ये सारा कुछ है असल विच मिट्टी। साईं बुल्ले शाह दे बोल ने, माटी घोड़ा माटी जोड़ा, माटी दा असवार, माटी कुदम करेंदी जार। ते धुर की बाणी दा फैसला है, माटी को पूतरा कैसे नचत है। ਜਦੋਂ ਅਸੀਂ ਦੌੜੇ ਫਿਰਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਸੁਣਦੇ ਹਾਂ, ਕਾਰ ਵਿਹਾਰ ਕਰਦੇ ਹਾਂ, ਤੇ ਸਾਹਿਬ ਕਹਿੰਦੇ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੈ। ਇਹ ਵੇਖੋ ਕੱਟ ਪੁਤਲੀ ਜੀਵ ਕਿਵੇਂ ਮਾਲਕ ਦੀ ਹੁਕਮ ਰੂਪੀ ਡੋਰ ਨਾਲ ਬੱਝੇ ਹੋਏ ਸੰਸਾਰ ਦੇ ਵਿੱਚ ਨ੍ਰਿਤਕਾਰੀ ਕਰ ਰਹੇ ਨੇ, ਦੌੜੇ ਫਿਰਦੇ ਨੇ, ਭੱਜੇ ਫਿਰਦੇ ਨੇ। ਪਰ ਜਿਨ੍ਹਾਂ ਨੇ ਆਪਣਾ ਜੀਵਨ ਉਸ ਮਾਲਕ ਨਾਲ ਜੋੜ ਲਿਆ, ਕਿਉਂਕਿ ਛੋਟੀ ਜੀ ਬੱਚੀ ਜਿਹਦਾ ਤੁਸੀਂ ਜੀਵਨ ਵੇਖੋ, ਤੇ ਛੋਟੇ ਹੁੰਦਿਆਂ ਹੀ ਬੜੂ ਸਾਹਿਬ ਸਕੂਲ ਵਿੱਚ ਵਿਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਗੁਰਬਾਣੀ, ਕੀਰਤਨ, ਪਾਠ ਤੇ ਕਥਾ ਆਪਣੇ ਜੀਵਨ ਨੂੰ ਗੁਰਸਿੱਖੀ ਸਰੂਪ ਦੇ ਨਾਲ ਜੋੜਿਆ, ਤੇ ਸਤਿਗੁਰੂ ਜੀ ਦੀ ਕਿਰਪਾ ਦੀ ਉਹ ਪਾਤਰ ਬਣੀ। ਕਿਉਂਕਿ ਜਿਹੜੀ ਜਨਮ ਤੇ ਮੌਤ ਹੈ ਇਹ ਬੰਦੇ ਦੇ ਵੱਸ ਵਿੱਚ ਨਹੀਂ। ਬੰਦਾ ਭਾਵੇਂ ਧਰਮੀ ਹੋਵੇ ਤੇ ਭਾਵੇਂ ਅਧਰਮੀ ਹੋਵੇ, ਮੌਤ ਦਾ ਸੱਦਾ ਆਉਣਾ ਹੀ ਆਉਣਾ। पर साहब ने सानू एक गल चेते कराई है भी डर इस गल का नहीं कि मौत का सद्दा आना है, कहते डर इस गल का कि उहदे सद्दे आउण तो पहला असी अपने जीवन दाते नाल अपने आप नूं जोड़िया है कि नहीं जोड़िया। एक सद्दा ते वो है जिहड़ा हर घर विच आ रहा है, घर घर एहो पहुँचा सदड़े नित पवन। आपां रोज़ रात नूं सौण लग्गियां इस सद्दे नूं चेता करदे ते ये सच जे कि अज जदों किसी गुरु की बाणी दा सरलेख किसी सुख नाल जुड़िया होवे, जिवें सुखमनी साहब, ते आपां सारे सुखमनी साहब दा पाठ पढ़दे हां ते बहुते इस करके पढ़दे ने भी सुखमनी साहब पढ़ांगे ते सुख मिलेगा, क्योंकि सरलेख है सुखमनी। पर जदों गुरु की बाणी दी एक एक पंक्ति नूं समझांगे ना, ते फिर जपजी साहब पढ़ के भी समझ आवेगा, दुख पर हर सुख घर लै जाए। आनंद साहब पढ़ के भी समझ आवेगी, दुख रोग संताप उतरे सुनी सच्ची बाणी। ते जदों रात नूं सारे काम समेट के बिस्तरे ते चौंकड़ा मार के असीं सोला साहब दी बाणी पढ़ांगे, ते उत्थे भी सतगुरु सानू जिथे इस सद्दे दा चेता कराउणगे, घर घर एहो पहुँचा सदड़े नित पवन, सदन हारा सिमरिया नानक से देह आवन। जिथे उस सद्दे नू चेते करना है, उत्थे जदों सद्दे नू चेते करके सोहला पढ़ना है, सोहला गाउणा है, ते साहब कहंदे सुखमनी साहब दा पाठ करन वालिया, जपजी साहब दा पाठ करन वालिया, आनंद साहब दा पाठ करन वालिया, आ मैं तेनू प्यार दी गलवकड़ी विच लै के समझावां भी सोला साहब दा पाठ जदों तू रब्बी वजद विच जुड़ के करेगा ते इस बाणी विचों भी तेनू सुख मिलेगा। तू आखेगा तुम गाव हो मेरे निरभउ का सोहिला, हौं वारी जित सोहिला सदा सुख होए। हुण वेखो सुखमनी साहब भी सुख दिंदी ते सोला साहब भी सुख दिंदा है, जपजी साहब भी सुख दिंदी ते आनंद साहब भी सानू सुख दिंदा है। गुरु की बाणी दी एक एक तुक सानू सुख देने वाली है, क्योंकि धुर की बाणी आई इन्हें सारियां चिंतावां सारे फिक्र झोरे जेड़े साडे वो खत्म करने ने, सानू समझाउणा है कि ये रब्बी हुक्म दे विच जन्म हुंदा, रब्बी हुक्म दे विच मौत दा सद्दा आउंदा है। ते कारण कई बार बुढ़ापा बन जाता है, कई बार कोई लम्मी बीमारी बन जाती, कई बार कोई दुर्घटना बन जाती है। जदों भी समा स्थान ते कारण इकट्ठे हो जाते ने ते बंदा लखां यतन करे उस मौत दे सद्दे नूं ये मोड़ नहीं सकता। बाबा दीप सिंह होना ने भी कुछ समा मौत नूं टाली रखिया सी, पर आखिर नूं शहादत होई सी। उन्हां दा एक प्रण सी कि जदों तक मैं सचखंड श्री हरमंदर साहब की बेअदबी करन वालियां नूं
ਉਹਨਾਂ ਦੀਆਂ ਕੀਤੀਆਂ ਹੋਈਆਂ ਸਜ਼ਾਵਾਂ ਦਾ ਫਲ ਨਹੀਂ ਭੁਗਤਾ ਦਿੰਦਾ, ਉਦੋਂ ਤੱਕ ਮੈਂ ਜਿਉਂਦਾ ਰਵਾਂਗਾ। ਪਰ ਆਖਰ ਸਵਾਸਾਂ ਦੀ ਲੜੀ ਟੁੱਟੀ, ਆਖਰ ਨੂੰ ਸ਼ਹਾਦਤ ਜਿਹੜੀ ਸੀ ਪ੍ਰਾਪਤ ਕਰਨੀ ਪਈ। ਕਿਸੇ ਕਵੀ ਨੇ ਲਿਖਿਆ ਕਿ ਮੌਤ ਨੇ ਆਖਿਆ ਸੀ ਕਿ ਮੇਰੇ ਅੱਗੇ ਕੋਈ ਆਵੇ ਕਦੇ ਕੋਈ ਟੇਕੇ ਨਹੀਂ ਬੈਠ ਸਕਦਾ, ਕਿਉਂਕਿ ਅਰਜਨ ਤੇ ਭੀਮ ਨਾ ਛੱਡੇ ਦਾਰਾ ਬਹਿਰਾਮ ਨਾ, ਇੱਥੇ ਤੇ ਜਰਾ ਸੰਦ ਜੇ ਲੈਂਦਾ ਕੋਈ ਨਾਮ ਨਾ। ਜੰਮਿਆ ਜੋ ਇਸ ਜੱਗ ਤੇ ਖਾਣਾ ਮੈਂ ਮਾਰ ਕੇ, ਛੱਡ ਦੇ ਤੂੰ ਦਾਈਏ ਦੀਪ ਸਿਆਂ ਜਾਵੇਂਗਾ ਹਾਰ ਕੇ। ਬੋਲੇ ਬਾਬਾ ਦੀਪ ਸਿੰਘ ਖੰਡਾ ਖੜਕਾਏ ਕੇ, ਕਰਨਾ ਮੈਂ ਸੀਸ ਚੜਾਵਾ ਅੰਮ੍ਰਿਤਸਰ ਜਾਏ ਕੇ। ਸਿੰਘਾਂ ਦਾ ਕੀਤਾ ਅਰਦਾਸਾ ਤੋੜ ਨਿਭ ਜਾਵੇਗਾ, ਕੀਤੇ ਪ੍ਰਣ ਤੋੜ ਨਿਭਣਗੇ। ਉਹਨਾਂ ਨੇ ਜਦੋਂ ਜਿਹੜੇ ਵੈਰੀ ਚੜ੍ਹ ਕੇ ਆਏ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਤੇ ਬਾਅਦ ਵਿੱਚ ਫਿਰ ਆਪਣੀ ਵੀ ਉਹਨਾਂ ਦੀ ਸ਼ਹਾਦਤ ਹੋਈ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਜਦੋਂ ਕਾਰਨ ਬਣ ਜਾਂਦਾ ਤੇ ਫਿਰ ਉਹਨੂੰ ਕਦੇ ਟਾਲਿਆ ਨਹੀਂ ਜਾ ਸਕਦਾ। ਮੌਤ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਅਵਸ਼ ਹੈ, ਜਨਮ ਹੈ ਹੀ ਇਸ ਗੱਲ ਦਾ ਪ੍ਰਤੀਕ ਕਿ ਜਨਮ ਤੋਂ ਬਾਅਦ ਇੱਕ ਇੱਕ ਪਲ, ਇੱਕ ਇੱਕ ਘੜੀ ਅਸੀਂ ਮੌਤ ਦੇ ਨੇੜੇ ਹੁੰਨੇ ਆ। ਜਦੋਂ ਅਸੀਂ ਕਈ ਵਾਰ ਬੜੀ ਖੁਸ਼ੀ ਨਾਲ ਜਨਮ ਦਿਨ ਮਨਾਉਂਦੇ ਆ ਨਾ, ਤੇ ਸਾਹਿਬ ਕਹਿੰਦੇ ਜਨਮ ਦਿਨ ਮਨਾਉਣ ਲੱਗਿਆਂ ਵੀ ਚੇਤੇ ਰੱਖਿਓ ਕਿ ਸਾਡੀ ਜ਼ਿੰਦਗੀ ਦਾ 1 ਸਾਲ ਘਟ ਗਿਆ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ। ਮਾਂ ਕਹਿੰਦੀ ਹੈ ਪੁੱਤ ਵੱਡਾ ਹੋ ਗਿਆ, ਮੈਨੂੰ ਵਧਾਈਆਂ ਦਿਓ, ਮੇਰੇ ਪੁੱਤ ਦਾ ਜਨਮ ਦਿਨ ਹੈ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹੱਸੈ। ਜਿਹੜਾ ਮੌਤ ਦਾ ਫਰਿਸ਼ਤਾ ਉਹ ਵੇਖ ਵੇਖ ਕੇ ਹੱਸ ਰਿਹਾ ਕਿ ਤੂੰ ਜਨਮ ਦਿਨ ਮਨਾ ਰਿਹਾ, ਤੂੰ ਤਾਂ ਸਗੋਂ ਮੌਤ ਦੇ ਨੇੜੇ ਹੋ ਗਿਆ। ਤੇਰੇ ਦਿਨ ਦੇ ਜ਼ਿੰਦਗੀ ਦੇ ਜਿਹੜੇ ਸਾਲ ਨੇ ਉਹ ਹੌਲੀ ਹੌਲੀ ਕਰਕੇ ਘਟ ਗਏ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਘਟਦੀ ਹੋਈ ਉਮਰ ਬਾਰੇ ਐਵੇਂ ਕਿਹਾ ਗਿਆ ਜਿਵੇਂ ਇੱਕ ਤਿੜਕੇ ਘੜੇ ਦਾ ਪਾਣੀ ਹੋਵੇ। ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਤੇ ਸਤਿਗੁਰਾਂ ਨੇ ਸਾਡੀ ਸਰੀਰਕ ਅਵਧੀ ਨੂੰ, ਚਾਹੇ ਉਹ 20 ਸਾਲ ਹੈ ਤੇ ਚਾਹੇ 100 ਸਾਲ ਹੈ, ਇੱਕ ਪਾਣੀ ਦੇ ਬੁਲਬੁਲੇ ਨਾਲ ਤੁਲਨਾ ਦਿੱਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਤੇ 57 ਸ਼ਲੋਕ ਜਿਨ੍ਹਾਂ ਵਿੱਚ ਜ਼ਿਕਰ ਹੈ ਕਿ ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਪਰ ਨਾਲ ਇੱਕ ਗੱਲ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਭਰੋਸਾ ਦਿੱਤਾ ਹੈ, ਸਾਧੋ ਇਹ ਤਨ ਮਿਥਿਆ ਜਾਨੋ। हे ਭਲੇ ਪੁਰਸ਼ੋ, ਇਹ ਤਨ ਮਿਥਿਆ ਹੈ, ਇਹ ਮਿੱਟੀ ਹੈ, ਇਹਨੇ ਬਿਨਸ ਜਾਣਾ ਹੈ, ਇਹਨੇ ਨਹੀਂ ਰਹਿਣਾ। ਕਿਉਂਕਿ ਸਰੀਰ ਕਰਕੇ ਕੋਈ ਦਾਵਾ ਨਹੀਂ ਕਰ ਸਕਦਾ ਕਿ ਮੈਂ ਜਗਤ ਵਿੱਚ ਰਹਿ ਸਕਦਾ। ਆਮ ਮਨੁੱਖ ਦੀ ਗੱਲ ਤਾਂ ਇੱਕ ਪਾਸੇ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕਾਲੈ ਖਰਨਾ। ਜੋ ਅਸੀਂ ਵੇਖ ਰਹੇ ਹਾਂ ਇੱਕ ਦਿਨ ਕਾਲ ਨੇ ਆ ਕੇ ਇਹਨੂੰ ਗ੍ਰਸ ਲੈਣਾ। ਅਕਾਲ ਪੁਰਖ ਦਾ ਵੀ ਮਤਲਬ ਇਹੀ ਹੈ ਵੀ ਸਾਨੂੰ ਅਕਾਲ ਪੁਰਖ ਨਾਲ ਇਸ ਕਰਕੇ ਜੋੜਿਆ ਵੀ ਬਾਕੀ ਸਾਰਾ ਕੁਝ ਕਾਲ ਦੇ ਵਸ ਹੈ। ਜਿਵੇਂ ਕਈ ਲੋਕ ਕਹਿ ਦਿੰਦੇ ਨੇ ਨਾ ਵੀ ਜੇ ਆਪਾਂ ਰੱਬ ਦੀ ਪੂਜਾ ਨਹੀਂ ਕਰਾਂਗੇ ਤੇ ਆਪਾਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਾਂਗੇ ਤੇ ਕੀ ਫਰਕ ਪਵੇਗਾ। ਸਾਹਿਬ ਨੇ ਸਪਸ਼ਟ ਕੀਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ शिवजू अवतरा, काल पाए कर बिशन प्रकाशा, सकल काल का किया तमाशा। तू अकाल पुरख ना ही सिर काला। इको परमेश्वर ही है जिन्हों ऐड़े नाल आपां अकाल कहने आ, बाकी तां सारा कुछ काल दे अधीन है। इस करके जिहड़ा काल दे अधीन है, साहब कहन लगे ओदी पूजा नहीं, पूजा ओदी करनी है जिहड़ा अकाल है, ਜਿਹੜਾ ਨਾ ਕਦੇ ਜੰਮਦਾ ਤੇ ਨਾ ਕਦੇ ਮਰਦਾ, ਜਿਹਨੂੰ ਮੂਲ ਮੰਤਰ ਦੇ ਵਿੱਚ ਅਸੀਂ ਅਜੂਨੀ ਕਹਿੰਦੇ ਆ। ਸਹਿ ਭੰਗ ਜਿਹੜਾ ਸੈਲਫ ਮੇਡ ਆਪਣੇ ਆਪ ਤੋਂ ਬਣਿਆ ਹੋਇਆ, ਤੇ ਨੈਵਰ ਡਿਸਟਰਾਏ ਜਿਹਨੂੰ ਕਦੇ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ। ਉਹ ਇੱਕੋ ਪਰਮੇਸ਼ਰ ਹੈ ਜਿਹੜਾ ਸਾਡਾ ਧੁਰਾ ਹੈ, ਸਾਡਾ ਕੇਂਦਰ ਹੈ। ਬਾਕੀ ਤੇ ਸਾਰਾ ਕੁਝ ਉਹਦੇ ਇਰਦ ਗਿਰਦ ਇੱਕ ਪਹੀਏ ਦੀ ਤਰ੍ਹਾਂ ਘੁੰਮ ਰਿਹਾ ਹੈ। ਸਾਹਿਬ ਕਹਿੰਦੇ ਜਿਹੜੇ ਘੁੰਮ ਰਹੇ ਨੇ, ਜਿਹੜੇ ਆਉਂਦੇ ਤੇ ਜਾਂਦੇ ਨੇ, ਉਹ ਤੁਹਾਨੂੰ ਥਿਰਤਾ ਨਹੀਂ ਦੇ ਸਕਦੇ। ਜੇ ਥਿਰਤਾ, ਜੇ ਟਿਕਾਣਾ ਪ੍ਰਾਪਤ ਕਰਨਾ ਤੇ ਉਹਦੇ ਨਾਲ ਜੁੜੋ ਜਿਹੜਾ ਅਸਲ ਵਿੱਚ ਕਦੇ ਬਿਨਸਦਾ ਨਹੀਂ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਹੁਣ ਪਰਮਾਤਮਾ ਨੇ ਇਸ ਰਚਨਾ ਦੇ ਵਿੱਚ ਸਾਨੂੰ
ਧਰਤੀ ਦਿੱਤੀ ਹੈ, ਸੂਰਜ ਦਿੱਤਾ ਹੈ, ਚੰਦਰਮਾ, ਤਾਰੇ, ਆਕਾਸ਼, ਇਹ ਸਾਰਾ ਕੁਝ ਮਨੁੱਖ ਦੀਆਂ ਸਹੂਲਤਾਂ ਸੀ ਕਿ ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ। ਬੰਦੇ ਨੇ ਰੱਬ ਦੀ ਪੂਜਾ ਕਰਨੀ ਸੀ ਵੀ ਰੱਬ ਨੇ ਸੂਰਜ ਦਿੱਤਾ, ਧਰਤੀ ਦਿੱਤੀ, ਤਾਰੇ ਦਿੱਤੇ, ਚੰਦਰਮਾ ਦਿੱਤਾ। ਪਰ ਰੱਬ ਨਾਲੋਂ ਟੁੱਟ ਕੇ ਬੰਦਾ ਸੂਰਜ ਦੀ ਪੂਜਾ ਕਰਨ ਲੱਗ ਪਿਆ, ਚੰਦਰਮਾ ਦੀ ਪੂਜਾ ਕਰਨ ਲੱਗ ਪਿਆ, ਤਾਰਿਆਂ ਦੀ ਪੂਜਾ ਕਰਨ ਲੱਗ ਪਿਆ, ਕੋਈ ਪਾਣੀ ਨੂੰ ਪੂਜਣ ਲੱਗ ਪਿਆ। ਇਸ ਦੇਸ਼ ਦੇ ਵਿੱਚ ਲੋਕੀ ਗੁੱਗੇ ਦੀ, ਸੱਪਾਂ ਦੀ ਪੂਜਾ ਕਰਦੇ ਵੀ ਵੇਖੇ ਜਾਂਦੇ ਨੇ। ਪਰ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਜੇ ਰੱਬ ਦੀ ਪੂਜਾ ਕਰਦਾ ਨਾ ਤੇ ਫਿਰ ਤੂੰ ਮਾਲਕ ਸੀ ਤੇ ਸਾਰੇ ਤੇਰੇ ਨੌਕਰ ਸਨ। ਤੂੰ ਮਾਲਕ ਨਾਲੋਂ ਟੁੱਟ ਗਿਆ ਤੇ ਹੁਣ ਤੂੰ ਨੌਕਰ ਬਣ ਗਿਆ ਤੇ ਇਹ ਸਾਰੇ ਤੇਰੇ ਉੱਪਰ ਹੋ ਗਏ। ਕਦੇ ਤੈਨੂੰ ਸੂਰਜ ਡਰਾ ਰਿਹਾ, ਕਦੇ ਤੈਨੂੰ ਤਾਰੇ ਡਰਾ ਰਹੇ ਨੇ, ਕਦੇ ਤੈਨੂੰ ਗ੍ਰਹਿ ਨਛੱਤਰ ਡਰਾ ਰਹੇ ਨੇ। ਉਲਟੀ ਖੇਲ ਹੋ ਗਈ ਵੀ ਮਾਲਕ ਨੌਕਰ ਬਣ ਗਿਆ ਤੇ ਨੌਕਰ ਜਿਹੜੇ ਸਨ ਉਹ ਮਾਲਕ ਬਣ ਗਏ, ਕਿਉਂਕਿ ਸਾਰਾ ਕੁਝ ਮਨੁੱਖ ਦੀਆਂ ਸਹੂਲਤਾਂ ਸਨ। ਜਦੋਂ ਸਤਿਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਮਾਲਕ ਦੀਆਂ ਦਾਤਾਂ ਦਾ ਜ਼ਿਕਰ ਕੀਤਾ ਨਾ, ਕਿ ਦਾਤਾਂ ਉੱਥੇ ਪੁੱਤਰ ਧੀਆਂ ਧਨ ਦੌਲਤ ਨਹੀਂ, ਉੱਥੇ ਜ਼ਿਕਰ ਕੀਤਾ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਆ ਜਿੰਨੇ ਦਿਨ ਤੇ ਰਾਤਾਂ ਬਣਾਈਆਂ ਨੇ ਇਹ ਵੀ ਉਹਦੀਆਂ ਦਾਤਾਂ ਨੇ, ਜਿੰਨੇ ਰੁੱਤਾਂ ਬਣਾਈਆਂ ਨੇ ਇਹ ਵੀ ਉਹਦੀਆਂ ਦਾਤਾਂ ਨੇ, ਜਿੰਨੇ ਧਰਤੀ ਸਾਜੀ ਹੈ ਇਹ ਵੀ ਉਹਦੀ ਦਾਤ ਹੈ, ਆਕਾਸ਼ ਵੀ ਉਹਦੀ ਦਾਤ ਹੈ। ਇਹ ਤੇਰੀਆਂ ਵਰਤੋਂ ਵਿਹਾਰ ਵਿੱਚ ਆਉਣ ਵਾਲੀਆਂ ਸੀ, ਪਾਣੀ ਪੀਣ ਲਈ, ਹਵਾ ਸਵਾਸ ਲੈਣ ਲਈ। ਤੇ ਤੂੰ ਪਵਨ ਦੀ ਵੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ, ਤੂੰ ਵਰਨ ਨੂੰ ਵੀ ਪੂਜਣਾ ਸ਼ੁਰੂ ਕਰ ਦਿੱਤਾ। ਤੂੰ ਤਾਂ ਰੱਬ ਨਾਲੋਂ ਟੁੱਟ ਗਿਆ। ਕਹਿੰਦੇ ਉਸ ਅਕਾਲ ਦੇ ਨਾਲ ਜੁੜਨਾ ਜਿਹਦੇ ਤੇ ਕਾਲ ਦਾ ਪ੍ਰਭਾਵ ਨਹੀਂ, ਬਾਕੀ ਤੇ ਸਾਰਾ ਕੁਝ ਕਾਲ ਦੇ ਅਧੀਨ ਹੈ। ਜੇ ਤੂੰ ਇਸ ਮਾਤ ਲੋਕ ਤੋਂ ਦੌੜ ਕੇ ਇਹ ਕਵੇਂ ਮੈਂ ਇੰਦਰਪੁਰੀ ਵੱਲ ਭੱਜ ਜਾਵਾਂ, ਸ਼ਿਵਪੁਰੀ ਵੱਲ ਭੱਜ ਜਾਵਾਂ, ਬ੍ਰਹਮਪੁਰੀ ਵੱਲ ਭੱਜ ਜਾਵਾਂ, ਸਾਹਿਬ ਕਹਿਣ ਲੱਗੇ ਨਹੀਂ, ਇੰਦਰਪੁਰੀ ਮੈਂ ਸਰਪਰ ਮਰਨਾ। ਸਰਪਰ ਦੇ ਅਰਥ ਮੈਂ ਪਹਿਲਾਂ ਵੀ ਕੀਤੇ ਨੇ, ਡੈਫੀਨੇਟ ਪੱਕਾ, ਜਿਹਦੇ ਵਿੱਚ ਬਦਲਾਵ ਕੋਈ ਨਹੀਂ। ਵੀ ਬੰਦਾ ਕਵੇ ਵੀ ਮੈਂ ਇੰਦਰਪੁਰੀ ਚਲਿਆ ਜਾਵਾਂ ਤੇ ਮੈਨੂੰ ਮੌਤ ਨਹੀਂ ਆਉਣੀ, ਨਹੀਂ। ਸਾਹਿਬ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਫਿਰ ਅਮਰ ਹੋਵੇਗਾ, ਫਿਰ ਮੁਕਤੀ ਮਿਲੇਗੀ ਜੇ ਪਹਿਲਾਂ ਇਹ ਗੱਲ ਮੰਨੇਗਾ ਵੀ ਮੌਤ ਇੱਕ ਨਾ ਇੱਕ ਦਿਨ ਆਉਣੀ ਹੈ। ਸਾਹਿਬ ਕਹਿਣ ਲੱਗੇ ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨੇਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈ ਗੁਣ ਮਾਇਆ ਬਿਨਸ ਬਤਾਲਾ। ਇਹ ਸਾਰਾ ਕੁਝ ਇੱਕ ਦਿਨ ਬਿਨਸ ਜਾਣਾ ਹੈ। ਸਾਧੂ ਇਹ ਤਨ ਮਿਥਿਆ ਜਾਨੋ, ਜਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। हे ਭਲੇ ਪੁਰਖੋ ਇਹ ਤਨ ਮਿਥਿਆ ਹੈ, ਤਨ ਨੇ ਬਿਨਸ ਜਾਣਾ ਹੈ, ਪਰ ਇਸ ਤਨ ਦੇ ਅੰਦਰ ਜਿਹੜਾ ਪਰਮੇਸ਼ਰ ਦੀ ਅੰਸ਼ ਹੈ, ਜਦੋਂ ਆਤਮਿਕ ਤੌਰ ਤੇ ਜੀਵਨ ਜੀਓਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹਦੇ ਅੰਦਰ ਵਸਦਾ ਹੋਇਆ ਜਿਹੜਾ ਰੱਬ ਹੈ ਉਹ ਸੱਚਾ ਹੈ, ਉਹ ਸਦਾ ਥਿਰ ਹੈ। ਤੇ ਜਦੋਂ ਉਹਦੇ ਨਾਲ ਆਪਣੇ ਆਪ ਨੂੰ ਜੋੜ ਲਵੋਗੇ ਤੇ ਫਿਰ ਮਰਨ ਤੋਂ ਬਾਅਦ ਵੀ ਜੀਵਨ ਕਾਇਮ ਰਹੇਗਾ। ਵੈਸੇ ਹੈਰਾਨੀ ਹੁੰਦੀ ਹੈ ਵੀ ਆਪਾਂ ਕਹਿੰਦੇ ਆ ਵੀ ਭਗਤ ਰੂਪ, ਭਗਤ ਪ੍ਰਹਲਾਦ, ਵੇਖੋ ਕਿੰਨੇ ਉਹਨਾਂ ਨੂੰ ਯੁੱਗ ਹੋ ਗਏ ਨੇ, ਪਰ ਸਾਹਿਬ ਦੀ ਬਾਣੀ ਦਾ ਨਿਰਣਾ ਵੀ ਧਰੂ ਅਜੇ ਵੀ ਨਹੀਂ ਮਰਿਆ, ਪ੍ਰਹਲਾਦ ਅਜੇ ਵੀ ਜਿਉਂਦਾ। ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਆ ਬੱਚਿਆਂ ਨੂੰ ਕਈ ਵਾਰ ਮਾਵਾਂ ਆਕਾਸ਼ ਵਾਲੇ ਪਾਸੇ ਲੋਰੀਆਂ ਦਿੰਦੀਆਂ ਚਲੀਆਂ ਜਾਣ ਤੇ ਕਹਿਣਗੀਆਂ ਓ ਵੇਖ ਧਰੂ ਤਾਰਾ ਚਮਕਦਾ। ਉਹ ਇੱਕ ਅਟਲ ਪਦਵੀ ਸੀ ਵੀ ਜਿੱਥੇ ਮਰਨ ਤੋਂ ਬਾਅਦ ਵੀ ਮੌਤ ਨਹੀਂ ਆਉਂਦੀ। ਪ੍ਰਹਲਾਦ ਜਿਹੜਾ ਹੈ, ਗੁਰੂ ਕੀ ਬਾਣੀ ਦਾ ਨਿਰਣਾ ਹੈ ਕਿ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਮਰਿਆ, ਪ੍ਰਹਲਾਦ ਮਰ ਕੇ ਵੀ ਤਰ ਗਿਆ, ਉਹ ਮਰ ਕੇ ਵੀ ਅਮਰ ਹੋ ਗਿਆ। ਤੇ ਜੋਗੀ ਅੱਲਾ ਜਾਰਖਾਂ ਜਦੋਂ ਛੋਟੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦਾਨੇ ਵਫਾ ਤੇ ਗੰਜ ਸ਼ਹੀਦਾਂ ਦਾ ਜ਼ਿਕਰ ਕਰਦੇ ਨੇ ਨਾ, ਉਹ ਕਹਿੰਦੇ ਨੇ ਦੁਨੀਆ ਦੇ ਲੋਕੋ ਕੱਲਾ ਧਰੂ ਹੀ ਤਾਰਾ ਨਹੀਂ ਬਣਿਆ। ਜਦੋਂ ਤੁਸੀਂ ਸਿੱਖੀ ਵਿੱਚ ਖੁੱਭ ਕੇ ਵੇਖੋਗੇ ਤੇ ਤੁਹਾਨੂੰ ਇੰਜ ਲੱਗੇਗਾ ਕਿ ਚਮਕੌਰ ਸਾਹਿਬ ਦੇ ਸਾਰੇ ਸ਼ਹੀਦ ਸਾਹਿਬਜ਼ਾਦਿਆਂ ਦੇ ਸਮੇਤ ਆਕਾਸ਼ ਮੰਡਲ ਵਿੱਚ ਤਾਰੇ ਬਣ ਕੇ ਚਮਕਦੇ ਪਏ ਨੇ। ਉਹਨਾਂ ਨੇ ਗੰਜਨਾਮਾ ਵਿੱਚ ਜ਼ਿਕਰ ਕੀਤਾ ਗੰਜ ਸ਼ਹੀਦਾਂ ਦੇ ਵਿੱਚ ਕਿ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ਰੋਂ ਮੇਂ, ਜਹੀਂ ਸੇ ਬਨ ਕਰ ਸਿਤਾਰੇ ਗਏ ਆਸਮਾਂ ਕੇ लिए। ਸਾਡੀ ਬਦਕਿਸਮਤੀ ਕਿ ਸਾਨੂੰ ਕੇਵਲ ਇਹ ਦੱਸਿਆ ਗਿਆ ਕਿ ਧਰੂ ਤਾਰਾ ਹੈ, ਪਰ ਜਿਹੜੇ
ਤਾਰੇ ਬਣ ਕੇ ਸਿੱਖ ਕੌਮ ਦੇ ਸਟਾਰ ਬਣ ਕੇ ਜਿਹੜੇ ਚਮਕ ਰਹੇ ਨੇ, ਉਹਨਾਂ ਤੋਂ ਅਸੀਂ ਬਿਲਕੁਲ ਅਣਜਾਣ ਰਹੇ ਹਾਂ। ਇਹ ਇੱਕ ਸੱਚੇ ਸੁੱਚੇ ਮੁਸਲਮਾਨ ਜੋਗੀ ਅੱਲਾ ਜ਼ਾਰ ਖਾਨ ਨੇ ਲਿਖਿਆ ਕਿ ਚਮਕੌਰ ਸਾਹਿਬ ਦੇ ਸ਼ਹੀਦ ਵੱਡੇ ਸਾਹਿਬਜ਼ਾਦੇ ਵੇਖੋ ਆਕਾਸ਼ ਮੰਡਲ ਦੇ ਵਿੱਚ ਸਟਾਰ ਬਣ ਕੇ ਤਾਰੇ ਬਣ ਕੇ ਚਮਕ ਰਹੇ ਨੇ ਤੇ ਦੁਨੀਆ ਨੂੰ ਇੱਕ ਪ੍ਰੇਰਨਾ ਦੇ ਰਹੇ ਨੇ, ਇੱਕ ਮਾਰਗ ਦਰਸ਼ਨ ਦੇ ਰਹੇ ਨੇ, ਇੱਕ ਅਗਵਾਈ ਦੇ ਰਹੇ ਨੇ। ਭਾਵ ਜਦੋਂ ਪਰਮੇਸ਼ਰ ਨਾਲ ਜੁੜ ਜਾਈਏ ਤੇ ਸਾਹਿਬ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਉਹ ਮਰ ਕੇ ਵੀ ਜਿਉਂਦਾ ਰਹਿੰਦਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਸਰੀਰਕ ਅੰਤ ਹੁੰਦਾ, ਆਤਮਾ ਦਾ ਅੰਤ ਨਹੀਂ। ਆਤਮਾ ਦਾ ਜਿਹੜਾ ਜੀਵਨ ਹੈ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਦੁਨਿਆਵੀ ਤੌਰ ਤੇ ਪਦਵੀਆਂ ਨੇ, ਉਹ ਪਦਵੀਆਂ ਜਦੋਂ 58 ਸਾਲ ਦੀ ਉਮਰ ਹੁੰਦੀ ਆ ਤੇ ਬੰਦਾ ਸੇਵਾ ਮੁਕਤ ਹੋ ਜਾਂਦਾ ਹੈ। ਪਰ ਜਿਹੜੀ ਜੀਵਨ ਪਦਵੀ ਹੈ, ਹੁਣ ਆਪਾਂ ਹੈਰਾਨ ਹੋਵਾਂਗੇ ਕਿ ਸਰਪੰਚ ਤੇ ਇੱਕ ਪਦਵੀ ਸੀ, ਦੁਨਿਆਵੀ ਤੌਰ ਤੇ ਡਾਕਟਰ ਇੰਜੀਨੀਅਰ ਇੱਕ ਪਦਵੀ ਸੀ, ਤੇ ਆ ਬਾਣੀ ਵਿੱਚ ਜੀਵਨ ਪਦਵੀ ਵੀ ਕਿਹਾ ਗਿਆ। ਜੀਵਨ ਇੱਕ ਪਦਵੀ ਹੈ, ਜਿਹਨੂੰ ਪ੍ਰਾਪਤ ਹੋ ਜਾਵੇ ਉਹ ਮਰਨ ਤੋਂ ਬਾਅਦ ਵੀ ਨਹੀਂ ਜੇ ਖੁੱਸਦੀ। ਗੁਰੂ ਅਰਜਨ ਦੇਵ ਜੀ ਦਾ ਪਵਿੱਤਰ ਬਚਨ ਹੈ, ਅਬ ਮੋਹੇ ਜੀਵਨ ਪਦਵੀ ਪਾਈ। ਸਾਹਿਬ ਕਹਿਣ ਲੱਗੇ ਮੈਂ ਜੀਵਨ ਪਦਵੀ ਪ੍ਰਾਪਤ ਕਰ ਲਈ, ਜੀਵਨ ਵਿੱਚ ਆਹ ਅਹੁਦਾ ਪ੍ਰਾਪਤ ਕਰ ਲਿਆ ਜਿਹੜਾ ਸੰਸਾਰ ਤੋਂ ਜਦੋਂ ਕੋਈ ਤੁਰਦਾ ਤੇ ਫਿਰ ਉਹ ਖਤਮ ਨਹੀਂ ਹੁੰਦਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਤੇ ਦੂਸਰੇ ਪਾਸੇ ਸਰੀਰਕ ਤੌਰ ਤੇ ਬੜੀ ਲੰਮੀ ਉਮਰ ਹੋਵੇ ਪਰ ਮਾਲਕ ਨਾਲ ਅਸੀਂ ਨਹੀਂ ਜੁੜੇ ਜਿਨੇ ਜੀਵਨ ਦਾ ਦਾਨ ਦਿੱਤਾ। ਸਾਹਿਬ ਕਹਿੰਦੇ ਮਤ ਜਾਣੋ ਜਗ ਜੀਵਨ ਦਾ, ਦੂਜਾ ਭਾਏ ਮੋਏ ਆਸ। ਆ 6 ਗੁਣ ਨੇ ਨਾ ਜਿਸ ਮਨੁੱਖ ਦੇ ਕੋਲ ਹੋਣ ਤੇ ਉਹਦੀ ਸੰਸਾਰ ਵਿੱਚ ਬੜੀ ਕਦਰ ਹੁੰਦੀ ਹੈ। ਪਰ ਸਾਹਿਬ ਕਹਿੰਦੇ ਜੇ 6 ਦੇ 6 ਗੁਣ ਕਿਸੇ ਮਨੁੱਖ ਵਿੱਚ ਹੋਣ ਪਰ ਉਹਦੀ ਜੀਵਨ ਦੇਣ ਵਾਲੇ ਦਾਤੇ ਪਰਮੇਸ਼ਰ ਨਾਲ ਪ੍ਰੀਤ ਨਹੀਂ ਬਣੀ, ਉਹ ਬਿਲਕੁਲ ਇੱਕ ਮ੍ਰਿਤਕ ਦੀ ਤਰ੍ਹਾਂ ਹੈ। ਜਿਵੇਂ ਡਾਕਟਰ ਵੇਖਦਾ ਵੀ ਸਵਾਸ ਰੁਕ ਗਏ ਤੇ ਡਾਕਟਰ ਕਹਿ ਦਿੰਦਾ ਵੀ ਇਹ ਪ੍ਰਾਣੀ ਮ੍ਰਿਤਕ ਹੈ। ਸਤਿਗੁਰੂ ਵੀ ਵੈਦ ਨੇ ਤੇ ਸਤਿਗੁਰੂ ਜਦੋਂ ਸ਼ਬਦ ਦਾ ਜਦੋਂ ਪੈਮਾਨਾ ਲਾ ਕੇ ਸਾਡੇ ਜੀਵਨ ਨੂੰ ਵੇਖਦੇ ਨੇ ਵੀ ਸਾਡੇ ਜੀਵਨ ਦੇ ਵਿੱਚ ਬਾਕੀ 6 ਗੁਣ ਤੇ ਹੈ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਈਐ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਸਾਹਿਬ ਕਹਿੰਦੇ ਸਰੀਰਕ ਮੌਤ ਦੀ ਚਿੰਤਾ ਨਹੀਂ, ਇਹ ਭਾਵੇਂ 10 ਸਾਲ ਚ ਆ ਜੇ ਤੇ ਭਾਵੇਂ 50 ਸਾਲ ਤੇ ਭਾਵੇਂ 100 ਸਾਲ, ਇਹ ਤੇ ਆਉਣੀ ਆਉਣੀ ਹੈ। ਜਿਹੜੀ ਰੱਬ ਨਾਲੋਂ ਟੁੱਟ ਕੇ ਮੌਤ ਹੈ ਨਾ, ਮਿਰਤਕ ਕਈਆ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ, ਜਿਹਦੀ ਰੱਬ ਨਾਲ ਪ੍ਰੀਤ ਨਹੀਂ ਪਈ, ਉਹ ਅੱਤ ਦਾ ਸੁੰਦਰ ਹੋਵੇ, ਉੱਚੀ ਕੁੱਲ ਵਾਲਾ ਹੋਵੇ, ਚਤਰ ਹੋਵੇ, ਮੁਖੀ ਹੋਵੇ, ਬੜਾ ਗਿਆਨਵਾਨ ਹੋਵੇ, ਬੜਾ ਚਤਰ ਸਿਆਣਾ ਹੋਵੇ। ਤੇ ਸਾਹਿਬ ਕਹਿੰਦੇ ਇਹ ਸਾਰੇ ਦੇ ਸਾਰੇ ਗੁਣ ਨਾਲ ਉਹ ਧਨਵਾਨ ਵੀ ਹੋਵੇ ਪਰ ਰੱਬ ਨਾਲ ਪ੍ਰੀਤ ਨਹੀਂ, ਉਹਨੂੰ ਬਿਲਕੁਲ ਸਤਿਗੁਰਾਂ ਨੇ ਮਿਰਤਕ ਕਿਹਾ। ਤੇ ਦੂਸਰੇ ਪਾਸੇ ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਉਸ ਜੀਵਨ ਦਾਤੇ ਨਾਲ ਆਪਣੀ ਪ੍ਰੀਤੀ ਪਾ ਲੈਂਦੇ ਨੇ ਉਹ ਮਰ ਕੇ ਵੀ ਸਦਾ ਲਈ ਅਮਰ ਹੋ ਜਾਂਦੇ ਨੇ। ਉਹਨਾਂ ਦਾ ਜਿਹੜਾ ਜੀਵਨ ਹੈ ਉਹ ਕਾਇਮ ਰਹਿੰਦਾ, ਭਾਵ ਉਹ ਮਰ ਕੇ ਵੀ ਨਹੀਂ ਮਰਦੇ। ਦੂਸਰੇ ਪਾਸੇ ਜਿਉਂਦੇ ਮਰਨ ਦੇ ਸਮਾਨ ਹੋ ਜਾਈਦਾ ਜਦੋਂ ਆਪਣੇ ਜੀਵਨ ਦਾਤੇ ਨਾਲੋਂ ਸਾਡਾ ਸੰਬੰਧ ਜਿਹੜਾ ਹੈ ਉਹ ਟੁੱਟ ਜਾਵੇ। ਹੁਣ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਸਾਨੂੰ ਕੁਝ ਉਦਾਹਰਨਾਂ ਦੇ ਕੇ ਸਮਝਾਇਆ ਕਿ ਇਹ ਜਿਹੜਾ ਸਰੀਰ ਹੈ ਇਹ ਕਾਚੀ ਗਗਰੀ ਹੈ, ਇਹ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਰੇਤ ਦੀ ਕੰਧ ਵਾਂਗ ਹੈ, ਸਭ ਕੁਝ ਬਿਨਸਨਹਾਰ ਹੈ। ਪਰ ਜਦੋਂ ਸਭ ਕੁਝ ਵੀ ਜ਼ਿੰਦਗੀ ਵਿੱਚੋਂ ਚਲਿਆ ਜਾਵੇ ਤੇ ਸਾਹਿਬ ਕਹਿੰਦੇ ਨਿਰਾਸ਼ ਹੋਣ ਦੀ ਲੋੜ ਨਹੀਂ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਇਹ 4 ਗੱਲਾਂ ਸਦਾ ਰਹਿਣ ਵਾਲੀਆਂ ਨੇ। ਸਭ ਤੋਂ ਪਹਿਲਾ ਹੈ ਗੋਬਿੰਦ ਪਰਮਾਤਮਾ, ਦੂਸਰਾ ਹੈ ਗੁਰੂ, ਤੀਸਰਾ ਹੈ ਪਰਮੇਸ਼ਰ ਦਾ ਨਾਮ, ਤੇ ਚੌਥਾ ਜਿਨ੍ਹਾਂ ਨੇ ਇਸ ਨਾਮ ਨੂੰ ਜਪਿਆ ਉਹ ਸਦਾ ਲਈ ਸੰਸਾਰ ਵਿੱਚ ਨੇ, ਆ ਕੇ ਉਹ ਗਏ ਨਹੀਂ, ਭਾਵ ਉਹ ਅਜੇ ਵੀ ਜੀਵਤ ਨੇ। ਉਹਨਾਂ ਦਾ ਜੀਵਨ ਜਿਹੜਾ ਹੈ ਉਹ ਕਦੇ ਖਤਮ ਨਹੀਂ ਹੁੰਦਾ, ਕਿਉਂਕਿ ਸਰੀਰਕ ਜਿਹੜਾ ਜੀਵਨ ਹੈ ਉਹ ਜਿੰਨਾ ਚਿਰ ਪ੍ਰਮਾਤਮਾ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਉਹਦੇ ਤੋਂ ਇੱਕ ਤਿਲ ਨਾ ਘਟਦਾ ਤੇ ਨਾ ਵੱਧਦਾ। ਸਤਿਗੁਰਾਂ ਨੇ ਬੜੀ ਕਮਾਲ ਦੀ ਇੱਕ ਉਦਾਹਰਨ ਦੇ ਕੇ ਸਮਝਾਇਆ
ਵੀ ਜਿਵੇਂ ਸਾਡੇ ਘਰ ਕੰਨਿਆ ਜਨਮ ਲੈਂਦੀ ਹੈ, ਅਸੀਂ ਉਹਨੂੰ ਪਾਲ ਪੋਸ ਕੇ ਵੱਡਿਆਂ ਕਰਦੇ ਹਾਂ, ਵਿਦਿਆ ਪੜ੍ਹਾਉਂਦੇ ਹਾਂ, ਫਿਰ ਉਹਦੇ ਵਿਆਹ ਦਾ ਦਿਨ ਨਿਯਤ ਕੀਤਾ ਜਾਂਦਾ ਹੈ। ਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬੰਦੇ ਜ਼ੁਬਾਨ ਦੇ ਪੱਕੇ ਹੁੰਦੇ ਸਨ, ਜ਼ਿੰਦਗੀ ਵਿੱਚ ਕਿੰਨੇ ਵੀ ਦੁੱਖ ਸੁੱਖ ਉਤਰਾ ਚੜਾ ਆ ਜਾਣ, ਪਰ ਜਿਹੜਾ ਦਿਨ ਨਿਯਤ ਕੀਤਾ ਜਾਂਦਾ ਸੀ ਉਸ ਦਿਨ ਬਰਾਤ ਦਾ ਢਕਾ ਹੁੰਦਾ ਸੀ, ਉਹ ਦਿਨ ਅੱਗੇ ਪਿੱਛੇ ਨਹੀਂ ਸੀ ਕੀਤਾ ਜਾਂਦਾ। ਸਾਹਿਬ ਕਹਿੰਦੇ ਇਹ ਗੱਲ ਕੇਵਲ ਇੱਕ ਕੰਨਿਆ ਤੇ ਨਹੀਂ ਢੁਕਦੀ, ਸਾਡੇ ਅੰਦਰ ਜਿਹੜੀ ਆਤਮਾ ਹੈ ਇਹ ਕੰਨਿਆ ਹੈ ਤੇ ਮੌਤ ਇਹਦਾ ਵਰ ਹੈ। ਤੇ ਜਦੋਂ ਪਰਮਾਤਮਾ ਨੇ ਉਹ ਸਾਲ, ਉਹ ਦਿਨ, ਜਿਸ ਦਿਨ ਮੌਤ ਰੂਪੀ ਲਾੜੇ ਨੇ, ਮੌਤ ਰੂਪੀ ਵਰ ਨੇ ਇਸ ਆਤਮਾ ਰੂਪੀ ਕੰਨਿਆ ਨੂੰ ਪਰਨਾ ਕੇ ਲੈ ਜਾਣਾ, ਤੇ ਉਹ ਟਲਿਆ ਵੀ ਨਹੀਂ ਜੇ ਟਲਦਾ, ਉਹ ਬੜਾ ਪੱਕਾ ਸਾਹਾ ਹੈ। ਅਸੀਂ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ, ਜਿੰਦ ਵੋਟੀ। ਉਵੇਂ ਤੇ ਇੱਕ ਪੁਰਖ ਹੈ, ਉਹ ਜਦੋਂ ਕਿਸੇ ਔਰਤ ਨੂੰ ਵਿਆਹ ਕੇ ਲਿਆਉਂਦਾ ਤੇ ਲੋਕ ਕਹਿੰਦੇ ਨੇ ਵੇਖੋ ਫਲਾਣੇ ਦੀ ਵੋਟੀ ਆਈ ਹੈ, ਪਰ ਉਹ ਪੁਰਖ ਵੀ ਇੱਕ ਵੋਟੀ ਹੈ ਮੌਤ ਰੂਪੀ ਲਾੜੇ ਦੀ। ਇਸੇ ਲਈ ਗੁਰਬਾਣੀ ਵਿੱਚ ਕਿਹਾ, ਭਾਈ ਲਿੰਗ ਭੇਦ ਗਰੀਬੀ ਅਮੀਰੀ ਦਾ ਹੰਕਾਰ ਨਾ ਕਰਿਓ, ਆਪਾਂ ਸਾਰੇ ਮਾਲਕ ਦੇ ਦਰ ਤੇ ਇੱਕੋ ਜਿਹੇ ਹਾਂ। ਇੱਕ ਪੁਰਖ ਕੰਨਿਆ ਨੂੰ ਵਿਆਹ ਕੇ ਲਿਆਉਂਦਾ ਤੇ ਲੋਕੀ ਕਹਿੰਦੇ ਕੰਨਿਆ ਵੋਟੀ ਤੇ ਇਹ ਲਾੜਾ, ਪਰ ਇੱਕ ਪੁਰਖ ਵੀ ਮੌਤ ਰੂਪੀ ਲਾੜੇ ਦੇ ਅੱਗੇ ਇੱਕ ਵੋਟੀ ਦੀ ਤਰ੍ਹਾਂ। ਇਹ ਪੜੋ ਗੁਰੂ ਕੀ ਬਾਣੀ ਦੇ ਬਚਨ, ਜਿੰਦ ਵੋਟੀ ਮਰਨ ਵਰ। ਇਸ ਜਿੰਦ ਰੂਪੀ ਵੋਟੀ ਨੂੰ ਇੱਕ ਦਿਨ ਮੌਤ ਰੂਪੀ ਲਾੜੇ ਨੇ ਲੈ ਜਾਸੀ ਪਰਨਾਏ, ਪਰਨਾ ਕੇ ਵਿਆਹ ਕੇ ਲੈ ਜਾਣਾ, ਕਿਉਂਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਸਭ ਕਹਿੰਦੇ ਜਿਵੇਂ ਇੱਕ ਕੰਨਿਆ ਨੂੰ ਉਹਨੂੰ ਮਾਂਝੇ ਪਾਇਆ ਜਾਂਦਾ, ਉਹਨੂੰ ਤੇਲ ਚੜਾਇਆ ਜਾਂਦਾ, ਉਹਨੂੰ ਦੱਸਿਆ ਜਾਂਦਾ ਨਾ ਵੀ ਬਸ ਹੁਣ ਥੋੜਾ ਸਮਾਂ ਹੀ ਰਹਿ ਗਿਆ, ਤੂੰ ਪਰਾਏ ਘਰ ਵਿੱਚ ਚਲੇ ਜਾਣਾ। ਸਾਹਿਬ ਕਹਿੰਦੇ ਆਪਾਂ ਸਾਰੇ ਇਸ ਪਰਾਏ ਦੇਸ਼ ਵਿੱਚ ਆ, ਤੇ ਸੱਚਮੁੱਚ ਇੱਕ ਦਿਨ ਸਾਨੂੰ ਇਹ ਮਾਤ ਲੋਕ ਪੇਕਾ ਘਰ ਛੱਡ ਕੇ ਪ੍ਰਭੂ ਦੀ ਹਜ਼ੂਰੀ ਰੂਪੀ ਸਹੁਰੇ ਘਰ ਜਾਣਾ ਪੈਣਾ। ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਇਹ ਜੀਵ ਰੂਪੀ ਕੰਨਿਆ, ਚਾਹੇ ਉਹ ਔਰਤ ਹੈ ਚਾਹੇ ਪੁਰਖ ਹੈ, ਇਹਨਾਂ ਨੂੰ ਇੱਕ ਦਿਨ ਮੌਤ ਨੇ ਮੁਕਲਾ ਕੇ ਪਰਨਾ ਕੇ ਵਿਆਹ ਕੇ ਇਸ ਜਗਤ ਤੋਂ ਲੈ ਜਾਣਾ। ਤੇ ਉਹ ਸਾਹਾ ਜਿਹੜਾ, ਉਹ ਤਰੀਕ ਜਿਹੜੀ ਹੈ ਉਹ ਫਿਰ ਅੱਗੇ ਪਿੱਛੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹੱਥ। ਅੱਜ ਆਪਾਂ ਸਾਰੇ ਅੰਤਮ ਅਰਦਾਸ ਦੇ ਸੰਬੰਧ ਵਿੱਚ ਜੁੜੇ ਆ ਨਾ, ਤੇ ਸਾਡੇ ਮਨਾਂ ਵਿੱਚ ਕਈ ਵਾਰ ਇਸ ਗੱਲ ਦਾ ਖਿਆਲ ਵੀ ਆਉਂਦਾ ਹੈ ਵੀ ਪ੍ਰਾਣੀ ਨੂੰ ਚੜ੍ਹਾਈ ਕੀਤਿਆਂ 10 ਦਿਨ ਹੋ ਗਏ ਨੇ, ਚਲੋ ਜੇ ਐਤਵਾਰ ਨੂੰ ਮੁੱਖ ਰੱਖੀਏ ਤੇ ਕਈ ਵਾਰ 6ਵੇਂ 7ਵੇਂ ਦਿਨ ਵੀ ਕੋਈ ਭੋਗ ਪਾ ਕੇ ਅੰਤਮ ਅਰਦਾਸ ਕਰ ਲੈਂਦੇ ਨੇ। ਪਰ ਸਾਡੇ ਮਨ ਵਿੱਚ ਖਿਆਲ ਆਵੇਗਾ ਵੀ ਪ੍ਰਾਣੀ ਤੂੰ ਚੜ੍ਹਾਈ ਕੀਤਿਆਂ ਤਾਂ 10 ਦਿਨ ਹੋ ਗਏ, ਤੇ ਅੱਜ ਅਸੀਂ ਕਹਿ ਰਹੇ ਹਾਂ ਵੀ ਅੰਤਮ ਅਰਦਾਸ। ਪ੍ਰਾਣੀ ਦੇ ਚਲੇ ਜਾਣ ਤੋਂ ਬਾਅਦ ਅੰਤਮ ਅਰਦਾਸ ਦਾ ਕੀ ਮਤਲਬ ਹੈ? ਤੇ ਗੁਰੂ ਕੀ ਬਾਣੀ ਵਿੱਚ ਸਾਨੂੰ ਉੱਤਰ ਮਿਲੇਗਾ ਵੀ ਜਿਹੜੀ ਅਰਦਾਸ ਤੇਰੇ ਜਨਮ ਤੋਂ ਪਹਿਲਾਂ ਸ਼ੁਰੂ ਹੋਈ ਹੈ ਨਾ, ਉਹਦਾ ਸੰਬੰਧ ਤੇਰੇ ਮਰਨ ਤੋਂ ਬਾਅਦ ਤੱਕ ਵੀ। ਹੁਣ ਅਗਲਾ ਪ੍ਰਸ਼ਨ ਪੈਦਾ ਹੋ ਗਿਆ ਵੀ ਜਨਮ ਅਜੇ ਸਾਡਾ ਹੋਇਆ ਨਹੀਂ ਤੇ ਅਰਦਾਸ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ, ਉਹ ਕਿਹੜੀ ਅਰਦਾਸ ਹੈ? ਗੁਰੂ ਕੀ ਬਾਣੀ ਵਿੱਚ ਇੱਕ ਸਰਲੇਖ ਹੈ ਪਹਿਰੇ। ਪਹਿਰੇ ਦਾ ਮਤਲਬ ਹੁੰਦਾ ਜਿਵੇਂ ਦਿਨ ਤੇ ਰਾਤ ਦੇ ਵਿੱਚ 8 ਪਹਿਰ ਹੁੰਦੇ ਨੇ ਨਾ, ਰਾਤ ਦੇ ਵਿੱਚ ਕੇਵਲ 4 ਪਹਿਰ, ਪਹਿਲਾ ਪਹਿਰ 6 ਤੋਂ 9, ਦੂਜਾ 9 ਤੋਂ 12, ਫਿਰ 12 ਤੋਂ 3, ਤੇ ਫਿਰ 3 ਤੋਂ 6, ਜਿਹਨੂੰ ਆਪਾਂ ਚੌਥਾ ਪਹਿਰ ਕਹਿੰਦੇ ਆ। ਤੇ ਜਿਹੜਾ ਚੌਥੇ ਪਹਿਰ ਵੀ ਨਹੀਂ ਨਾ ਉੱਠਦਾ, ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਉਹਨੂੰ ਕਿਤਿਓਂ ਇਹ ਸਰਟੀਫਿਕੇਟ ਲਿਆਉਣ ਦੀ ਲੋੜ ਹੀ ਨਹੀਂ ਵੀ ਉਹ ਜਿਉਂਦਾ ਹੈ। ਨਹੀਂ, ਫਰੀਦਾ ਪਿਛਲ ਰਾਤ ਨਾ ਜਾਗਿਓ ਜੀ ਵੰਦੜੋ ਮੋਇਓ। ਜਿਹੜਾ ਪਿਛਲੇ ਪੈਰ ਵੀ ਨਹੀਂ ਜਾਗਦਾ ਉਹ ਮਤਾਂ ਜਾਣੋ ਵੀ ਜਿਉਂਦਾ ਹੈ, ਉਹਨੂੰ ਮਿਰਤਕ ਸਮਾਨ ਸਮਝਣਾ ਚਾਹੀਦਾ। ਇਵੇਂ ਪਿਆਰਿਆਂ ਦੇ ਸਰਲੇਖ ਹੇਠ ਸਤਿਗੁਰਾਂ ਨੇ ਸਾਡੀ ਜ਼ਿੰਦਗੀ ਨੂੰ ਇੱਕ ਰਾਤ ਮੰਨਿਆ। ਜੈਸੇ ਰੈਣ ਪਰੌਣੇ ਉੱਠ ਚਲਸੈਂ ਪ੍ਰਭਾਤ। ਪਰੌਣਾ ਕਿੰਨਾ ਵੀ ਸਾਡਾ ਹਰਮਨ ਪਿਆਰਾ ਕਿਉਂ ਨਾ ਹੋਵੇ, ਪਰ ਸਿਆਣਾ ਪਰੌਣਾ ਉਹੀ ਆ ਜਿਹੜਾ ਅਗਲੇ ਭਲ ਕਹਿੰਦਾ ਵੀ ਸੱਜਣੋ
ਤੁਸੀਂ ਮੇਰੀ ਬੜੀ ਸੇਵਾ ਕੀਤੀ, ਮੇਰਾ ਮਨੋਰੰਜਨ ਕੀਤਾ, ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਪਰ ਮੈਂ ਹੁਣ ਆਪਣੇ ਘਰ ਚੱਲਿਆ ਜੀ। ਤੇ ਜਿਹੜਾ ਪ੍ਰਾਹੁਣਾ ਆ ਕੇ ਪੱਕਾ ਹੀ ਬਹਿ ਜਾਵੇ ਫਿਰ ਉਹਦੀ ਕੀ ਹਾਲਤ ਹੁੰਦੀ ਆਪਾਂ ਜਾਣਦੇ ਆ ਨਾ। ਸਾਹਿਬ ਕਹਿੰਦੇ ਜਗਤ ਵਿੱਚ ਆਪਾਂ ਪ੍ਰਾਹੁਣੇ ਆ ਤੇ ਮਾਲਕ ਨੇ ਜਦੋਂ ਸੱਦਾ ਭੇਜਣਾ ਤੇ ਰਾਤ ਕੱਟ ਕੇ ਅਗਲੇ ਭਲਕ ਸਾਨੂੰ ਤੁਰਨਾ ਪੈਣਾ। ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚਲਿਆ ਪ੍ਰਭਾਤ ਮਾਰਗ ਦੱਸਿਆ, ਮੋਏ ਨਾ ਪੁੱਛਿਆ ਜਾਤ ਵਿਆਹ ਨਾ ਹੱਸਿਆ, ਜੈਸੇ ਰਹਿਣ ਪ੍ਰਾਹੁਣੇ ਉੱਠ ਚਲਸੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਾ ਫੁੱਲਾਂ ਕੀ ਬਾਗਾਤ। ਸਾਹਿਬ ਕਹਿਣ ਲੱਗੇ ਜਿਵੇਂ ਪ੍ਰਾਹੁਣਾ ਅਗਲੇ ਭਲਕ ਚਲਿਆ ਜਾਂਦਾ, ਇਹਾਂ ਬਸਨਾ ਰਾਤ ਮੂੜੇ ਛਾੜ ਬਰਾਨੀ ਤਾਤ ਮੂੜੇ। ਇੱਕ ਰਾਤ ਦਾ ਰਹਿਣ ਬਸੇਰਾ ਕਰਨ ਲਈ ਅਸੀਂ ਆਏ ਆ, ਤੇ ਰਾਤ ਵਿੱਚ ਵੀ ਜਿਹੜੇ 4 ਪਹਿਰ ਨੇ ਨਾ, ਇੰਨਾ ਵੀ ਸਮਾਂ ਸਾਡੇ ਕੋਲ ਨਹੀਂ। ਪਹਿਲਾ ਪਹਿਰ ਮਾਤਾ ਦੇ ਪੇਟ ਵਿੱਚ ਲੰਘ ਗਿਆ ਤੇ ਚੌਥਾ ਪਹਿਰ ਜਿਹੜਾ ਅੱਜ ਆਪਾਂ ਅੰਤਮ ਅਰਦਾਸ ਦੇ ਸੰਬੰਧ ਵਿੱਚ ਬੈਠੇ ਆ। ਜੀਵਨ ਰੂਪੀ ਰਾਤ ਭਾਵੇਂ 100 ਸਾਲ ਦੀ ਆ ਤੇ ਭਾਵੇਂ 60 ਸਾਲ ਦੀ ਹੈ ਇਹ ਕੇਵਲ 2 ਪਹਿਰ ਦਾ ਸਮਾਂ ਸਾਡੇ ਕੋਲ। ਉੱਥੇ ਸਤਿਗੁਰਾਂ ਨੇ ਜਦੋਂ ਪਹਿਲੇ ਪਹਿਰ ਦਾ ਜ਼ਿਕਰ ਕੀਤਾ ਨਾ, ਜਨਮ ਤੋਂ ਪਹਿਲਾਂ, ਉੱਥੇ ਅਰਦਾਸ ਦਾ ਜ਼ਿਕਰ ਹੈ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ। ਕਹਿਣ ਲੱਗੇ ਹੇ ਜਗਤ ਵਿੱਚ ਵਣਜ ਕਰਨ ਆਏ ਜੀਵ, ਜਿਹੜਾ ਤੇਰਾ ਪਹਿਲਾ ਪਹਿਰ ਹੈ ਨਾ ਮਾਤਾ ਦੇ ਉਦਰ ਵਿੱਚ, ਉੱਥੇ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ। ਖਸਮ ਛੇਤੀ ਅਰਦਾਸ ਵਖਾਣਾ, ਉਰਦ ਧਿਆਨ ਲਿਵ ਲਾਗਾ। ਮਾਤਾ ਦੇ ਉਦਰ ਵਿੱਚ ਜਦੋਂ ਤੂੰ ਪੁੱਠਾ ਲਟਕਿਆ ਸੈਂ, ਸਿਰ ਤੇਰਾ ਥੱਲੇ ਨੂੰ ਸੀ, ਪੈਰ ਉੱਤੇ ਨੂੰ ਸੀ, ਉਦੋਂ ਜਨਮ ਤੋਂ ਪਹਿਲਾਂ ਤੂੰ ਅਰਦਾਸ ਕਰਦਾ ਸੈਂ ਤੇ ਉਹ ਅਰਦਾਸ ਤੇਰੀ ਸ਼ੁਰੂ ਹੋ ਗਈ। ਤੇ ਮਰਨ ਤੋਂ ਬਾਅਦ ਵੀ ਘਰ ਪਰਿਵਾਰ ਵਾਲਿਆਂ ਨੇ ਤੇਰੀ ਅੰਤਮ ਅਰਦਾਸ ਕਰ ਦਿੱਤੀ। ਸਾਹਿਬ ਕਹਿੰਦੇ ਜੀਵਨ ਉਹਦਾ ਸਫਲ ਹੈ ਵੀ 2 ਅਰਦਾਸਾਂ ਤੇ ਆਪਣੇ ਆਪ ਹੋ ਰਹੀਆਂ ਨੇ, ਇੱਕ ਜਨਮ ਤੋਂ ਪਹਿਲਾਂ ਤੇ ਇੱਕ ਮੌਤ ਤੋਂ ਬਾਅਦ। ਪਰ ਜਿਨੇ ਜਨਮ ਤੋਂ ਲੈ ਕੇ ਮੌਤ ਤੱਕ ਆਪਣਾ ਸੰਬੰਧ ਅਰਦਾਸ ਨਾਲ ਜੋੜ ਲਿਆ ਨਾ, ਉਹਦਾ ਜੀਵਨ ਸਫਲ ਹੈ। ਜਿਨੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਜਿਨੇ ਕਿਸੇ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਅਰਦਾਸ ਕੀਤੀ, ਸਮਾਪਤੀ ਤੋਂ ਬਾਅਦ ਅਰਦਾਸ ਕੀਤੀ, ਜਿਹਦਾ ਸੰਬੰਧ ਅਰਦਾਸ ਨਾਲ ਜੁੜ ਗਿਆ, ਸਾਹਿਬ ਕਹਿੰਦੇ ਉਹਦਾ ਜੀਵਨ ਸਫਲ ਹੈ। ਤੇ ਜਿਨੇ ਜਨਮ ਤੋਂ ਪਹਿਲਾਂ ਆਪਣੇ ਆਪ ਅਰਦਾਸ ਹੋਈ, ਮਰਨ ਤੋਂ ਬਾਅਦ ਘਰ ਵਾਲਿਆਂ ਕਰ ਦਿੱਤੀ, ਤੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਮਾਂ ਜਿਹਦਾ ਅਰਦਾਸ ਨਾਲ ਨਹੀਂ ਨਾ ਜੁੜਿਆ, ਫਿਰ ਇੱਕ ਅਰਦਾਸ ਹੋਰ ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਜ਼ਿਕਰ ਹੈ ਵੀ ਉਹ ਬੰਦਾ ਫਿਰ ਉਹ ਅਰਦਾਸ ਕਰਦਾ ਹੈ। ਉਹ ਮੈਂ ਕਹਿ ਕੇ ਸਮਾਪਤੀ ਵਾਲੇ ਪਾਸੇ ਆਉਣਾ ਚਾਹੁੰਦਾ। ਉਹ ਅਰਦਾਸ ਕਿਹੜੀ ਹੈ? ਸਭ ਕਹਿੰਦੇ ਜਦੋਂ ਮੌਤ ਦਾ ਸੱਦਾ ਆਉਂਦਾ ਹੈ ਨਾ, ਮੌਤ ਦਾ ਫਰਿਸ਼ਤਾ ਆ ਕੇ ਮੂੰਹ ਵਿਖਾਲਦਾ, ਤੇ ਜਿਸ ਬੰਦੇ ਨੇ ਜਨਮ ਤੋਂ ਲੈ ਕੇ ਮੌਤ ਤੱਕ ਕਦੇ ਪ੍ਰਮਾਤਮਾ ਅੱਗੇ ਅਰਦਾਸ ਨਹੀਂ ਨਾ ਕੀਤੀ, ਉਹ ਫਿਰ ਜਮਾਂ ਦੇ ਅੱਗੇ ਅਰਦਾਸ ਕਰਦਾ। ਤੇ ਉਹ ਅਰਦਾਸ ਪਤਾ ਕਿਹੜੀ ਹੈ? ਵੀ ਮੈਨੂੰ ਅੱਜ ਦੀ ਰਾਤ ਦਾ ਸਮਾਂ ਹੋਰ ਦੇ ਦਿਓ, ਕਿਉਂਕਿ ਪਿੰਡ ਵਿੱਚੋਂ ਇਲਾਕੇ ਵਿੱਚੋਂ ਕੁਝ ਲੈਣ ਦੇਣ ਮੇਰਾ ਬਾਕੀ ਹੈ, ਤੇ ਮੈਂ ਕੱਲ ਸਵੇਰ ਹੁੰਦਿਆਂ ਤੁਹਾਡੇ ਨਾਲ ਤੁਰ ਪਵਾਂਗਾ। ਇਸ ਅਰਦਾਸ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿਹੜਾ ਬੰਦਾ ਕਵੇ ਵੀ ਮੈਂ ਕਦੇ ਅਰਦਾਸ ਨਹੀਂ ਕਰਦਾ, ਮੈਨੂੰ ਅਰਦਾਸ ਦੀ ਲੋੜ ਨਹੀਂ, ਕਹਿੰਦੇ ਫਿਰ ਉਹ ਜਮਾਂ ਦੇ ਅੱਗੇ ਅਰਦਾਸ ਕਰਦਾ। ਤੇ ਉਹ ਅਰਦਾਸ ਇਹ ਹੈ ਕਿ ਕਰੋ ਅਰਦਾਸ ਗਾਮ ਕਿਛ ਬਾਕੀ, ਲੇਹੋ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋਂ, ਸੁਬਾ ਨਵਾਜ ਸਰਾਏ ਗੁਜ਼ਾਰੋਂ। ਉਹ ਕਹਿੰਦਾ ਮੈਨੂੰ ਪਿੰਡ ਵਿੱਚੋਂ ਸ਼ਹਿਰ ਵਿੱਚੋਂ ਲੈਣ ਦੇਣ ਮੇਰਾ ਮੁਕਾ ਲੈਣ ਦਿਓ, ਪਰ ਉਹ ਅੱਗੋਂ ਆਖਦੇ ਨੇ ਕਿ ਹੁਣ ਸਾਡੇ ਵੱਸ ਦੀ ਗੱਲ ਨਹੀਂ, ਜਿਵੇਂ ਸਾਡੇ ਮਾਲਕ ਦਾ ਹੁਕਮ ਹੈ ਤੇ ਅਸੀਂ ਉਸ ਹੁਕਮ ਨੂੰ ਆ ਲਿਖਤੀ ਰੂਪ ਵਿੱਚ ਲੈ ਕੇ ਆਏ ਆ। ਤੇ ਇਹ ਲਿਖਤੀ ਸਮਝੌਤਾ ਤੇਰਾ ਹੋਇਆ, ਤੂੰ ਜਗਤ ਵਿੱਚ ਆਇਆ, ਮਰਨ ਲਿਖਾਏ ਮੰਡਲ ਮੈਂ ਆਏ। ਤੇ ਇਸ ਸਾਹੇ ਨੂੰ ਟਾਲਿਆ ਨਹੀਂ ਜਾ ਸਕਦਾ, ਕਿਉਂਕਿ ਹੁਣ ਅਟਲ ਸਚਾਈ ਹੈ ਕਿ ਤੈਨੂੰ ਇਹ ਹੁਕਮ ਮੰਨ ਕੇ ਤੁਰਨਾ ਪੈਣਾ। ਉਹ ਹੁਕਮ ਭਾਵੇਂ 20 ਸਾਲ ਦੀ ਉਮਰ ਵਿੱਚ ਆਵੇ, ਭਾਵੇਂ 100 ਸਾਲ ਦੀ ਉਮਰ ਵਿੱਚ ਆਵੇ। ਮੈਂ ਫਿਰ ਬੇਨਤੀ ਕਰਾਂ ਕਿ ਜਦੋਂ ਕੋਈ ਛੋਟੀ ਉਮਰ ਦੇ ਵਿੱਚ ਚਲਾਣਾ ਕਰਦਾ ਨਾ, ਤੇ ਉਹਦਾ ਦੁੱਖ ਬੜਾ ਅਸਹਿ ਤੇ ਅਕਹਿ ਹੋ ਜਾਂਦਾ ਹੈ, ਕਿਉਂਕਿ ਉਹਦੇ ਨਾਲ ਜਿਹੜੀ ਮਮਤਾ ਜੁੜੀ ਹੁੰਦੀ ਹੈ, ਉਹਦੇ ਨਾਲ ਜਿਹੜੀਆਂ ਆਸਾਵਾਂ ਜੁੜੀਆਂ ਹੁੰਦੀਆਂ ਨੇ, ਉਹ ਕਈ ਵਾਰ ਬੜਾ ਸਾਡੇ ਲਈ ਇੱਕ ਪਹਾੜ ਵਰਗਾ ਦੁੱਖ ਬਣ ਜਾਂਦਾ ਹੈ। ਪਰ ਸਾਹਿਬ ਕਹਿੰਦੇ ਜਦੋਂ ਤੁਸੀਂ ਕਿਸੇ ਬਜ਼ੁਰਗ ਨੂੰ ਚਿੱਟੇ ਵਾਲ ਕਾਲਿਆਂ ਕਰਦੇ ਵੇਖੋ ਤੇ ਉਹਦੇ ਤੇ ਤਰਸ ਕਰਿਓ ਵੀ ਉਹ ਅਜੇ ਵੀ ਡਰੀ ਜਾਂਦਾ ਹੈ,
भी मैं किते बुढ़ा ना दिसां, भी क्योंकि बुढ़ापे तो बाद ते मौत आउणी आ। इहदा मतलब भी बुढ़ा भी डरदा है। ते आसा दी वार विच जिक्र है भी जे जरवाना पर हरै जर वेस करिंदी आईऐ, को रह न भरिया पाईऐ। जे कोई चिट्टियां नूं काले करके बुढ़ापा लुकाउणा चाहुंदा है भी शायद बुढ़ापा दिसे ना ते मैं मौत तो बच जावांगा, साहब कहंदे नहीं। वो परमात्मा जिहड़ा जदों उहदा हुक्म आया ते भावें तूं चिट्टियां तो काले भी कीते ने, ये अक्सर मौत ने तैनूं आके ग्रासी लैना है। जिवें एक पाई भर के डुब जाती है ते इवें मनुख दे जीवन की लीला जिहड़ी है वो समाप्त हो जाती है। असीं दुनियादार हाँ, किसी भी उम्र दे विच जदों कोई तुरदा है ते जो कुछ जिम्मेवारियां उन्हां नाल संबंधित हुंदियां ने, जदों दूजे ते पैंदियां ने, ये भी एक दुख दे विच वाधा हुंदा है। इस करके जदों भी ऐसी घटना साडे परिवारां विच वरदी है ते उदों इक्को एक सानू आसरा है गुरु की बाणी दा ते गुरु की संगत दा। जिथे गुरु की बाणी सानू ये तरवास दिंदी है, जम्मण मरना हुक्म है भाणै आवे जाए, जब उद करख करा करतारा, परजा धर तब दे अपारा, जब अकरख करत हूँ कबहूँ तुम मैं मिलत दे धर सबू। आपां दे तो गल शुरू की सी भी देह शरीर जिहड़ा है ये मिट्टी है ते उद करख ते अकरख, जदों उद करख क्रिया हुंदी है ते देहां शरीर होंद विच आउंदे ने। जब उद करख करा करतारा, करतारा दा अर्थ है करते ने, परमेश्वर ने जदों उद करख कीता, परजा धरत तब दे अपारा, ये परजा ये जनता ये लोग देहां धर के शरीर धारण करके जगत विच आ गए। हुण जिन्ने उद करख कीता ओदी जदों अकरख क्रिया वापरदी है, वो जदों पसारे नूं समेटदा अपने वल खिंचदा, जब अकरख करत हो कबहूं तुम मैं मिलत दे धर सबू, ये सारे शरीर बिनस जाते ने ते फिर आत्मावां जिहड़ियां ने तुहाडे विच जाके लीन हो जांदियां ने। न किश जन्मै न किश मरै, आपन चलत आप ही करै, ना कछ आएबो ना कछ जाएबो, राम की दुहाई। कुछ भी जगत विच आउंदा नहीं ते कुछ भी जांदा नहीं, बिल्कुल एक सुपने दी न्याई है, बदलों की न्याई है। इंज है कि जिवें सानू कुछ भुलेखा पैंदा ते असीं उहनूं सच्चा समझ बैठदे हां, है असल विच ये सारा कुछ सुपना। ते जदों सुपना नींद साडी खुलदी आ ते फिर पता लगदा है भी ये सच नहीं सी। इस करके सतगुरु जी ने बाणी विच बड़े बड़े दृष्टांत वरत के सानू एक धीरज दिता है भी जदों मन डोलदा होवे ते आपां गुरु की बाणी दा ओट आसरा लेना है कि सबना का माँ प्यो आप है, आपे सार करे। जिन्ने भी असी जीव रूपी बच्चे हाँ, उस माता पिता तो विछड़ के असी संसार विच आए हाँ ते उहदे कोल ही आपां फिर चले जाने आ। साडे सारियां दा माता पिता जिहड़ा है वो आप है ते साडा संजोग उहने रच दिता है। धीआं पुत्र भैण भरा माता पिता ये कई बार संजोग जुड़े ते कई बार विजोग होया। कत की माई बाप कत केरा, किदू थावों हम आए, अगन बिंब जल भीतर निपजे, काहे काम उपाए। साडे नगर तो सरदार कुलदीप सिंह जी उन्हां दे दूजे भाई साहब, उन्हां दी ये मासी जी दी पोतरी सी जिन्हां दे अज आपां अंतिम अरदास समागम ते इकट्ठे होए हाँ। ते इस अरदास का भी मतलब यही है कि गुरु की संगत जदों परमात्मा अगे अरदास करदी है, जदों संगती रूप में अरदास हुंदी है तो उदों यही तरला लिया जाता है भी अब की बार बख्श बंदे को बहुर न भवजल फेरा, अपनी करनी कर नरक हूँ न पावो ठौर, तुमरो बिरद कर आसरो समारहों। जे अपनी करनी करके आपां वेखीए तो शायद नरकां विच भी सानू ढोई ना मिले, पर जदों परमात्मा दा बिरद संगत दा बिरद गुरु दा बिरद आपां वेखदे हां ते साहब कहिंदे फिर वो बख्श लैंदा, क्योंकि असां जोर ना ही जे किश कर हम साकैं, ज्यों भावै तिवें बख्श। साडा जोर नहीं है, क्योंकि जोर ना जीवन मरण ना जोर जपजी साहब। बड़ा ध्यान नाल भी साडा ये भी जोर नहीं भी आपां अपनी ताकत नाल जन्म लै सकीए ते आपां अपनी समर्था दे नाल
ਮਰ ਸਕੀਏ, ਕਿਉਂਕਿ ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ। ਆ ਜਿਉਂਦਾ ਜੀ ਬੰਦਾ ਕਈ ਤਰ੍ਹਾਂ ਦੇ ਵਹਿਮ ਭਰਮ ਕਰਦਾ, ਪੁੱਛਾਂ ਲੈਂਦਾ ਵੀ ਫਲਾਣਾ ਦਿਨ ਚੰਗਾ ਕਿਹੜਾ। ਸਾਹਿਬ ਕਹਿੰਦੇ ਵੇਖ, ਜਨਮ ਦੇਣ ਲੱਗਿਆਂ ਰੱਬ ਨੇ ਤੈਨੂੰ ਕਦੇ ਨਹੀਂ ਪੁੱਛਿਆ ਵੀ ਤੂੰ ਬੁੱਧਵਾਰ ਜਨਮ ਲੈਣਾ ਕਿ ਵੀਰਵਾਰ ਜਨਮ ਲੈਣਾ। ਉਹਨੇ ਮਰਨ ਲੱਗਿਆਂ ਵੀ ਤੈਨੂੰ ਕਦੇ ਨਹੀਂ ਪੁੱਛਿਆ ਵੀ ਮੂਰਤ ਕਢਾ, ਸਾਹਾ ਸੁਧਾ ਤੇ ਫਿਰ ਤੈਨੂੰ ਖੜਾਂਗਾ। ਜੇ ਜਨਮ ਵੇਲੇ ਕੋਈ ਮਹੂਰਤ ਨਹੀਂ, ਮੌਤ ਵੇਲੇ ਕੋਈ ਮਹੂਰਤ ਨਹੀਂ, ਤੇ ਫਿਰ ਵਿਆਹਾਂ ਦੇ ਦਿਨ ਵੀ ਸਾਨੂੰ ਐਵੇਂ ਮਿਥ ਲੈਣੇ ਚਾਹੀਦੇ ਨੇ। ਉਦੋਂ ਵੀ ਚੰਗੇ ਮਾੜੇ ਦਿਨਾਂ ਦੀ ਵਿਚਾਰ ਵਿੱਚ ਨਹੀਂ ਪੈਣਾ ਚਾਹੀਦਾ। ਆ ਸਤੰਬਰ ਦਾ ਮਹੀਨਾ ਸ਼ਰਾਧਾਂ ਦਾ ਮਹੀਨਾ, ਤੇ ਭਾਰਤ ਵਿੱਚ ਇੱਕ ਵਹਿਮ ਹੈ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਕੋਈ ਮਕਾਨ ਨਹੀਂ ਬਣਾਉਂਦਾ, ਕੋਈ ਵਿਆਹ ਸ਼ਾਦੀ ਨਹੀਂ ਕਰਦਾ, ਵੀ ਕੰਮ ਸਿਰੇ ਨਹੀਂ ਚੜ੍ਹਨਾ। ਪਰ ਭਾਰਤ ਦੇ ਵਿਗਿਆਨੀਆਂ ਨੇ ਸਤੰਬਰ ਦੇ ਮਹੀਨੇ ਸ਼ਰਾਧਾਂ ਦੇ ਦਿਨਾਂ ਵਿੱਚ ਮੰਗਲ ਗ੍ਰਹਿ ਤੇ ਜਾ ਕੇ ਇੱਕ ਬੜੀ ਵੱਡੀ ਪ੍ਰਾਪਤੀ ਕੀਤੀ, ਜੋ ਦੱਸ ਦਿੱਤਾ ਵੀ ਕੋਈ ਵੀ ਦਿਨ ਚੰਗਾ ਤੇ ਮਾੜਾ ਨਹੀਂ ਹੈ। ਹਾਂ, ਮੌਸਮ ਦੇ ਅਨੁਕੂਲ ਵਰਖਾ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਇਸ ਚੀਜ਼ ਦੀ ਆਪਾਂ ਨੂੰ ਵੇਖ ਲੈਣਾ ਚਾਹੀਦਾ, ਪਰ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ। ਜੇ ਸੱਚਮੁੱਚ ਸ਼ਰਾਧਾਂ ਦੇ ਦਿਨਾਂ ਵਿੱਚ ਕੋਈ ਕੰਮ ਕੀਤਿਆਂ ਉਹ ਸਫਲਤਾ ਨਹੀਂ ਮਿਲਦੀ, ਤੇ ਭਾਰਤ ਦੇ ਵਿਗਿਆਨੀ ਮੰਗਲ ਤੇ ਕਿਵੇਂ ਚਲੇ ਗਏ? ਸਤੰਬਰ ਮਹੀਨੇ ਵਿੱਚ ਸ਼ਰਾਧਾਂ ਦੇ ਦਿਨ ਸਨ, ਜਦੋਂ ਮੰਗਲ ਗ੍ਰਹਿ ਤੇ ਜਾ ਕੇ ਉਹਨਾਂ ਨੇ ਪੂਰੀ ਵੱਡੀ ਸਫਲਤਾ ਜਿਹੜੀ ਸੀ ਉਹ ਹਾਸਲ ਕੀਤੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਇਸ ਪਰਿਵਾਰ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਉਹ ਬੱਚੀ ਜਿੰਨਾ ਇਸ ਪਰਿਵਾਰ ਦੇ ਨਾਲ ਉਹਦਾ ਸਾਥ ਸੀਗਾ ਉਹ ਨਿਭਾ ਗਈ, ਪਰ ਜਿੰਨਾ ਉਹਦਾ ਜੀਵਨ ਸੀਗਾ ਉਹ ਸਫਲ ਹੈ। ਕਿਉਂਕਿ ਗੱਲ ਛੋਟੀ ਵੱਡੀ ਉਮਰ ਦੀ ਨਹੀਂ, ਗੱਲ ਤੇ ਜੀਵਨ ਦੀ ਸਫਲਤਾ ਦੀ ਹੈ। ਜੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ 8 ਸਾਲ ਦੀ ਉਮਰ ਹੈ ਤੇ ਤਾਂ ਵੀ ਜੀਵਨ ਸਫਲ ਹੈ, ਤੇ ਜੇ ਗੁਰੂ ਅਮਰਦਾਸ ਜੀ ਦਾ 95 ਸਾਲ ਦਾ ਜੀਵਨ ਹੈ ਉਹ ਵੀ ਜੀਵਨ ਸਫਲ ਹੈ। ਗੱਲ ਤਾਂ ਸਫਲ ਜੀਵਨ ਦੀ ਹੈ। ਉਹ ਬੱਚੀ ਬੜੀ ਹੋਣਹਾਰ, ਬੜੀ ਲਗਨ ਵਾਲੀ ਔਰ ਬਾਣੀ ਨਾਲ ਪਿਆਰ ਕਰਨ ਵਾਲੀ ਬੱਚੀ ਸੀ। ਤੁਸੀਂ ਸਾਰੇ ਜਿੰਨਾ ਜਿੰਨਾ ਇਸ ਪਰਿਵਾਰ ਨਾਲ ਤੁਹਾਡੀ ਨੇੜਤਾ ਹੈ ਤੁਸੀਂ ਜਾਣਦੇ ਹੋ, ਕਿਉਂਕਿ ਮੌਤ ਜਿਹੜੀ ਹੈ ਇਹ ਮਨੁੱਖ ਦੇ ਹੱਥ ਵੱਸ ਨਹੀਂ, ਇਹ ਪ੍ਰਮਾਤਮਾ ਦੇ ਹੱਥ ਵੱਸ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮਾਲਕ ਹਮੇਸ਼ਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ, ਪਰਿਵਾਰ ਨੂੰ, ਸਾਥ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਆਪ ਜੀ ਇੱਥੋਂ ਦੇ ਗ੍ਰੰਥੀ ਸਾਹਿਬ ਜੀ ਤੋਂ ਸਰਵਣ ਕਰੋ। ਉਹ ਆਪ ਜੀ ਨੂੰ ਆਨੰਦ ਸਾਹਿਬ ਜੀ ਦਾ ਪਾਠ ਉਪਰੰਤ ਅਰਦਾਸ ਹੋਵੇਗੀ, ਮੁੱਖ ਵਾਕ ਹੋਵੇਗਾ। ਫਿਰ ਇੱਕ ਵਾਰ ਜਿੰਨੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਇੱਥੇ ਪਹੁੰਚੀਆਂ ਨੇ, ਸਮੁੱਚੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ, ਕਿਉਂਕਿ ਸੁੱਖ ਵਿੱਚ ਮਿਲ ਬੈਠੀਏ ਤੇ ਸੁੱਖ ਵੱਧ ਜਾਂਦਾ ਹੈ, ਦੁੱਖ ਵਿੱਚ ਮਿਲ ਬੈਠੀਏ ਤੇ ਦੁੱਖ ਘਟ ਜਾਂਦਾ ਹੈ। ਕਿਉਂਕਿ ਜੇ ਇਕੱਲੇ ਮਨੁੱਖ ਨੂੰ ਸੁੱਖ ਜਾਂ ਦੁੱਖ ਦੋਵੇਂ ਇਹਦੇ ਵੱਸ ਦੀ ਗੱਲ ਨਹੀਂ। ਇਹ ਸਾਰਾ ਕੁਝ ਸੱਜਣਾ ਮਿੱਤਰਾਂ ਸੰਬੰਧੀਆਂ ਸਾਧ ਸੰਗਤ ਅਤੇ ਆਪਣੇ ਰਿਸ਼ਤੇਦਾਰਾਂ ਨਾਲ ਜੁੜ ਕੇ ਹੀ ਦੁੱਖ ਸੁੱਖ ਜਿਹੜੇ ਨੇ ਉਹ ਮੰਡਾਏ ਜਾਂਦੇ ਨੇ। ਸੋ ਇਸ ਦੁੱਖ ਦੇ ਵਿੱਚ ਤੁਸੀਂ ਸਾਰੇ ਇਹੀ ਦੱਸਣ ਲਈ ਆਏ ਹੋ ਕਿ ਇਹ ਤਾਂ ਸਾਡਾ ਵੱਸ ਨਹੀਂ ਕਿ ਅਸੀਂ ਉਹਨੂੰ ਮੋੜ ਲਿਆਈਏ, ਪਰ ਇਸ ਦੁੱਖ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਸ਼ਾਮਲ ਹੋ। ਇਹ ਦੁੱਖ ਕੇਵਲ ਪਰਿਵਾਰ ਦਾ ਨਹੀਂ, ਤੁਹਾਡਾ ਸਾਰਿਆਂ ਦਾ ਬਣ ਗਿਆ। ਤੇ ਜਦੋਂ ਥੋੜਾ ਥੋੜਾ ਕਰਕੇ ਤੁਸੀਂ ਸਾਰਿਆਂ ਨੇ ਇਹਨੂੰ ਵੰਡ ਲਿਆ, ਤੇ ਪਰਿਵਾਰ ਨੂੰ ਵੀ ਇੰਜ ਲੱਗ ਰਿਹਾ ਵੀ ਜਿਵੇਂ ਉਹ ਆਪਣੇ ਆਪ ਨੂੰ ਸੁਰਖਰੂ ਸਮਝ ਰਹੇ ਨੇ ਵੀ ਹੈ ਤਾਂ ਬੜਾ ਵੱਡਾ ਅਸਹਿ ਤੇ ਅਕਹਿ ਭਾਣਾ ਦੁੱਖ, ਇਹ ਸਾਰੀ ਜ਼ਿੰਦਗੀ ਨਾ ਭੁੱਲਣ ਵਾਲਾ ਹੈ। ਪਰ ਜਦੋਂ ਇਸ ਤਰ੍ਹਾਂ ਦਾ ਕੋਈ ਭਾਣਾ ਵਾਪਰਦਾ ਤੇ ਉਦੋਂ ਕੋਈ ਆਪਣੇ ਆ ਕੇ ਇਸ ਦੁੱਖ ਦੀ ਘੜੀ ਵਿੱਚ ਧਰਵਾਸ ਦੇਣ ਤੇ ਬੜਾ ਵੱਡਾ ਇੱਕ ਜਿਹੜਾ ਹੌਸਲਾ ਹੈ ਉਹ ਮਿਲਦਾ। ਫਿਰ ਇੱਕ ਵਾਰ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਬੁਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।